ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਿਵਾਜੀ ਸਾਧ ਸੰਗਤ ਜੀਓ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਆਪਾਂ ਓੰਕਾਰ ਬਾਣੀ ਦੀ ਵਿਚਾਰ ਪ੍ਰਾਰੰਭ ਕਰਨ ਵਾਲੇ ਹਾਂ। ਇਸ ਤੋਂ ਪਹਿਲਾਂ ਆਪਾਂ ਮਨ ਹੀ ਮਨ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਸਾਨੂੰ ਇਸ ਗੁਰੂ ਸਾਹਿਬ ਦੀ ਬਾਣੀ ਰਾਹੀਂ ਆਪਣੇ ਨਾਲ ਜੁੜਨ ਦਾ ਬਲ ਦੇਵੇ। ਬਾਣੀ ਨੂੰ ਸਮਝ ਕੇ ਅਸੀਂ ਆਪਣੇ ਜੀਵਨ 'ਚ ਅਪਣਾ ਸਕੀਏ ਅਤੇ ਇਹ ਸਮਝਣ ਸਮਝਾਉਣ ਦਾ ਜੋ ਉੱਦਮ ਉਪਰਾਲਾ ਹੈ, ਵਾਹਿਗੁਰੂ ਇਹ ਸਾਡਾ ਜਾਰੀ ਰੱਖੇ। ਸੋ ਆਪਾਂ ਪਿੱਛੇ ਜੋ ਬਾਣੀ ਸਿੱਧ ਗੋਸ਼ਟ ਸਮਝਣ ਦੀ ਕੋਸ਼ਿਸ਼ ਕੀਤੀ ਸੀ ਅਤੇ ਸਾਰੇ ਆਪਾਂ ਸਮਝ ਰਹੇ ਕਿ ਆਪਾਂ ਠੀਕ ਢੰਗ ਨਾਲ ਉਹਨੂੰ ਸਮਝਿਆ ਹੈ। ਜਿੰਨਾ ਕੁ ਮਾਲਕ ਨੇ ਆਪਾਂ ਨੂੰ ਦਿਲ ਦਿਮਾਗ ਬਖਸ਼ਿਆ, ਮੱਤ ਬਖਸ਼ੀ, ਉਹਦੇ ਮੁਤਾਬਕ। ਅਤੇ ਉਹਦੇ ਵਿੱਚੋਂ ਵੀ ਆਪਾਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਸਮਝ ਵਿੱਚ ਆ ਗਈਆਂ ਨੇ, ਉਹਨਾਂ ਨੂੰ ਜੀਵਨ 'ਚ ਅਪਣਾਈਏ। ਅਤੇ ਜਿਹੜੀਆਂ ਨਹੀਂ ਸਮਝ ਆਈਆਂ ਉਹ ਆਪਾਂ ਇਕੱਲੇ ਇਕੱਲੇ ਵੀ ਅੱਜ ਕੱਲ੍ਹ ਤਾਂ ਸਾਧਨ ਕਾਫੀ ਨੇ, ਘਰ ਬੈਠ ਕੇ ਵੀ ਸਮਝ ਸਕਦੇ ਹਾਂ ਅਤੇ ਉਹਨਾਂ ਨੂੰ ਫਿਰ ਦੁਬਾਰਾ ਸਮਝਦੇ ਰਹੀਏ, ਵਿਚਾਰਦੇ ਰਹੀਏ, ਤਾਂ ਜੋ ਸਾਡਾ ਮਨ ਬਾਣੀ ਦੀ ਵਿਚਾਰਧਾਰਾ ਨਾਲ ਅਤੇ ਇਸ ਬਾਣੀ ਰਾਹੀਂ ਚੰਗੇ ਕਰਮਾਂ ਨਾਲ ਅਤੇ ਉਸ ਤੋਂ ਅੱਗੇ ਵਾਹਿਗੁਰੂ ਜੀ ਦੇ ਨਾਲ ਜੁੜਿਆ ਰਹੇ। ਸੋ ਸਿੱਧ ਗੋਸ਼ਟ ਦੇ ਅਖੀਰ ਵਿੱਚ ਗੁਰੂ ਨਾਨਕ ਸਾਹਿਬ ਨੇ ਜਿਹੜਾ ਬਚਨ ਆਖਿਆ ਸੀ ਕਿ ਤੇਰੀ ਗਤ ਮਿਤ ਤੂੰ ਹੈ ਜਾਣੈ, ਕਿਆ ਕੋ ਆਖ ਵਖਾਣੈ। ਹੇ ਪ੍ਰਮਾਤਮਾ, ਤੇਰੀ ਅਵਸਥਾ ਅਤੇ ਤੇਰੀ ਅਵਸਥਾ ਦਾ ਅੰਦਾਜ਼ਾ ਤੂੰ ਆਪ ਹੀ ਜਾਣਦਾ ਹੈ। ਕੋਈ ਮਨੁੱਖ ਉਹਦੇ ਬਾਰੇ ਕਿੰਨਾ ਕੁ ਵਿਖਿਆਨ ਕਰ ਸਕਦਾ ਹੈ? ਭਾਵ ਕੁਛ ਵੀ ਨਹੀਂ, ਬਹੁਤ ਥੋੜ੍ਹਾ। ਤੂੰ ਬੇਅੰਤ ਹੈ, ਤੂੰ ਬੇਅੰਤ ਹੈ। ਇਸੇ ਹੀ ਤਰ੍ਹਾਂ ਜਿਹੜੀ ਬਾਣੀ ਅੱਜ ਆਪਾਂ ਸ਼ੁਰੂ ਕਰਨੀ ਹੈ, ਓੰਕਾਰ, ਉਹਦੇ ਵਿੱਚ ਵੀ ਗੁਰੂ ਸਾਹਿਬ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੀ ਵਡਿਆਈ ਕਰਦੇ ਨੇ ਅਤੇ ਸਾਨੂੰ ਸਭਨਾਂ ਨੂੰ ਉਪਦੇਸ਼ ਕਰਦੇ ਨੇ ਕਿ ਤੁਸੀਂ ਉਸ ਇੱਕ ਪਰਮਾਤਮਾ ਜਿਸ ਦੇ ਬੇਅੰਤ ਨਾਮ ਨੇ ਅਤੇ ਅਸਲ ਵਿੱਚ ਉਹਦਾ ਕੋਈ ਵੀ ਨਾਂ ਨਹੀਂ, ਉਹ ਇੱਕ ਸੱਤਾ, ਇੱਕ ਸ਼ਕਤੀ ਏ, ਉਸ ਦੇ ਨਾਲ ਜੁੜੋ। ਸੋ ਇਸ ਬਾਣੀ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਇਹਦਾ ਪਿਛੋਕੜ ਜੋ ਵਿਦਵਾਨਾਂ ਨੇ ਲਿਖਿਆ ਹੈ ਉਹਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੀ ਜਿਹੜੀ ਉਹਨਾਂ ਦੀ ਸਾਊਥ ਵਾਲੀ ਉਦਾਸੀ ਹੈ, ਉਹਦੇ ਦੌਰਾਨ ਉਹ ਸ਼੍ਰੀਲੰਕਾ, ਜਿਸ ਨੂੰ ਉਸ ਵਕਤ ਸੰਗਲਾ ਦੀਪ ਆਖਿਆ ਜਾਂਦਾ ਸੀ, ਉੱਥੇ ਗਏ ਸਨ। ਉੱਥੋਂ ਵਾਪਸੀ 'ਤੇ ਮੁੜਦੇ ਹੋਏ ਉਹ ਸੋਮਨਾਥ, ਦਵਾਰਕਾ ਹੁੰਦੇ ਹੋਏ ਉਹ ਇਸ ਨਰਮਦਾ ਦੇ ਕਿਨਾਰੇ, ਨਰਮਦਾ ਨਦੀ ਦਾ ਨਾਂ ਹੈ, ਉਸ ਦੇ ਕਿਨਾਰੇ ਜਿੱਥੇ ਮੰਦਰ ਜਿਸ ਦਾ ਨਾਮ ਓਮਕਾਰੇਸ਼ਵਰ ਲਿਖਿਆ ਜਾਂਦਾ ਹੈ, ਉੱਥੇ ਗਏ ਸਨ। ਉੱਥੇ ਜਾ ਕੇ ਉਹਨਾਂ ਨੇ ਜੋ ਉਪਦੇਸ਼ ਬਖਸ਼ਿਆ ਉਹਦੀ ਆਪਾਂ ਬਾਅਦ ਵਿੱਚ ਗੱਲ ਕਰਦੇ ਹਾਂ। ਪਹਿਲਾਂ ਇਹ ਵੇਖਦੇ ਹਾਂ ਕਿ ਇਹ ਮੰਦਰ ਹੋਂਦ ਵਿੱਚ ਕਿਵੇਂ ਆਇਆ। ਗੁਰਬਾਣੀ ਵਿੱਚ ਇੱਕ ਮਾਨਧਾਤਾ ਰਾਜਾ ਕਰਕੇ ਹੋਇਆ ਹੈ, ਉਸ ਦਾ ਜ਼ਿਕਰ ਆਉਂਦਾ ਹੈ। ਮਾਨਧਾਤਾ ਗੁਣ ਰਵੈ ਜੇਨ ਚੱਕਰ ਵੇ ਕਹਾਇਓ,
उसने अपने आप ਨੂੰ एक बहुत ਵੱਡਾ ਚੱਕਰਵਰਤੀ ਰਾਜਾ ਖਵਾਇਆ। ਉਹ ਬੜਾ ਭਗਤੀ ਭਾਵ ਵਾਲਾ ਭਜਨੀਕ ਪੁरुष ਸੀ। उसने इस ਜਿਹੜੀ ਪਹਾੜੀ ਜਿਸ ਨੂੰ ਅੱਜ ਕੱਲ੍ਹ ਇਸ ਨਾਮ ਨਾਲ ਜਾਣਿਆ ਜਾਂਦਾ ਹੈ ਓਮਕਾਰੇਸ਼ਵਰ, ਇਸ ਨੂੰ ਮਾਨਧਾਤਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਤੇ ਇਸ ਨੂੰ ਸ਼ਿਵਪੁਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਸਨੇ ਇੱਥੇ ਬੈਠ ਕੇ ਬੜਾ ਘੋਰ ਤਪ ਸਾਧਨਾ ਕੀਤੀ। ਉਹਦੀ ਤਪੱਸਿਆ ਤੋਂ ਪ੍ਰਸੰਨ ਹੋ ਕੇ, ਕਿਉਂਕਿ ਉਹ ਸ਼ਿਵ ਦਾ ਪੁਜਾਰੀ ਸੀ, ਸ਼ਿਵ ਦੀ ਆਰਾਧਨਾ ਕਰਦਾ ਸੀ, ਤੇ ਸ਼ਿਵ ਪ੍ਰਗਟ ਹੋਏ, ਉਸ ਨੂੰ ਦਰਸ਼ਨ ਦਿੱਤਾ ਤੇ ਉਸ ਨੂੰ ਵਰ ਮੰਗਣ ਲਈ ਆਖਿਆ। ਰਾਜੇ ਨੇ ਵਰ ਇਹ ਮੰਗਿਆ ਕਿ ਤੁਸੀਂ ਸਦਾ ਲਈ ਇੱਥੇ ਹੀ ਰਹੋ। ਤੇ ਉਹ ਫਿਰ ਦੱਸਦੇ ਨੇ ਕਿ ਜਿਹੜਾ ਓਮਕਾਰੇਸ਼ਵਰ ਮੰਦਰ ਏ, ਇੱਥੇ ਸ਼ਿਵ ਹਮੇਸ਼ਾ ਆਪਣੇ ਜੋਤਿਰਲਿੰਗ ਦੇ ਰੂਪ ਵਿੱਚ ਉਹਨਾਂ ਨੇ ਵਚਨ ਦਿੱਤਾ ਕਿ ਮੈਂ ਇੱਥੇ ਰਵਾਂਗਾ। ਸੋ ਇਹ ਤੇ ਗੱਲ ਹੋਈ ਉਸ ਮੰਦਰ ਦੇ ਬਣਨ ਦੀ ਕਿ ਉਹ ਕਿਵੇਂ ਬਣਿਆ। ਰਾਜੇ ਦੇ ਤਪ ਸਾਧਨਾ ਕਰਕੇ ਸ਼ਿਵ ਪ੍ਰਗਟ ਹੋਏ ਤੇ ਉਹਦੇ ਵਰ ਕਰਕੇ ਇਹ ਮੰਦਰ ਹੋਂਦ ਵਿੱਚ ਆਇਆ। ਇਹ ਬੜਾ ਪੁਰਾਣਾ ਮੰਦਰ ਦੱਸਿਆ ਜਾਂਦਾ ਹੈ ਔਰ ਇਹਦੇ ਨਾਲ ਨਾਲ ਇੱਕ ਕਹਾਣੀ ਜੋ ਅਸਲੀ ਰੂਪ ਧਾਰਨ ਕਰ ਗਈ ਸੀ ਉਹ ਵੀ ਪ੍ਰਚਲਿਤ ਰਹੀ। ਉਹ ਇਹ ਕਿ ਜਿੰਨੇ ਵੀ ਹਿੰਦੂ ਤੀਰਥ ਨੇ, ਜਿਨ੍ਹਾਂ ਨੂੰ 68 ਤੀਰਥ ਮੰਨਿਆ ਜਾਂਦਾ ਹੈ, ਉਹਨਾਂ ਵਿੱਚੋਂ ਇੱਕ ਇਹ ਮੰਦਰ ਵੀ ਹੈ ਤੇ ਇਹ ਸਰਵ ਸ੍ਰੇਸ਼ਟ ਮੰਦਰ ਮੰਨਿਆ ਜਾਂਦਾ ਹੈ। ਗੰਗਾ ਯਮੁਨਾ ਆਦਿਕ ਨਦੀਆਂ ਵਿੱਚ ਜੇ ਤੁਸੀਂ 10-10 15-15 ਵਾਰੀ ਇਸ਼ਨਾਨ ਕਰੋ ਤੇ ਇਸ ਮੰਦਰ 'ਚ ਜਾ ਕੇ ਇੱਕੋ ਵਾਰੀ ਕਰ ਲਓ ਤੇ ਉਹ ਦੱਸਦੇ ਨੇ ਹਿੰਦੂ ਇਤਿਹਾਸ ਵਾਲੇ ਕਿ ਉਹ ਇੱਕੋ ਜਿਹਾ ਫਲ ਪ੍ਰਾਪਤ ਹੋ ਜਾਂਦਾ ਹੈ। ਉੱਥੇ ਕਿਸ ਤਰ੍ਹਾਂ ਦੀ ਕਹਾਣੀ ਵੀ ਪ੍ਰਚਲਿਤ ਰਹੀ ਕਿ ਜਿਹੜਾ ਆਦਮੀ, ਕਿਉਂਕਿ ਉਹ ਨਰਮਦਾ ਦੇ ਬਿਲਕੁਲ ਕਿਨਾਰੇ ਤੇ ਆ ਤੇ ਪਹਾੜੀ ਕਾਫੀ ਉੱਚੀ ਏ, ਮੈਂ ਫੋਟੋ 'ਚ ਦੇਖਿਆ, ਮੈਨੂੰ ਇਸ ਤਰ੍ਹਾਂ ਨਹੀਂ ਪਤਾ, ਫੋਟੋ ਦੇ ਵਿੱਚ ਨਜ਼ਰ ਆ ਰਿਹਾ ਪਹਾੜੀ ਤੇ ਥੱਲੇ ਨਦੀ। ਵੀ ਜਿਹੜਾ ਮਨੁੱਖ ਇੱਥੇ ਆਪਣਾ ਸਭ ਕੁਛ ਪੰਡਤ ਜੀ ਨੂੰ ਦੇ ਕੇ ਦਾਨ ਵਜੋਂ ਇਸ ਪਹਾੜੀ ਦੇ ਉੱਤੇ ਚੜ੍ਹ ਕੇ ਛਾਲ ਮਾਰ ਕੇ ਨਦੀ ਵਿੱਚ ਡੁੱਬ ਕੇ ਮਰ ਜਾਏ, ਉਹ ਉਸੇ ਵਕਤ ਮੁਕਤ ਹੋਏਗਾ, ਮਰਦਿਆਂ ਸਾਰ ਹੀ ਮੁਕਤ ਹੋ ਜਾਏਗਾ। ਸੋ ਇਹ ਕਹਾਣੀ ਵੀ ਇਸ ਮੰਦਰ ਦੇ ਨਾਲ ਜੁੜੀ ਹੋਈ ਹੈ। ਤੇ ਇਹ ਲੋਕ ਇਸ ਤਰ੍ਹਾਂ ਦੇ ਕੰਮ ਕਰਦੇ ਵੀ ਰਹੇ। ਜਿਹੜੀ ਸ਼ਰਧਾ ਹੁੰਦੀ ਏ, ਜੇ ਗਿਆਨ ਨਾ ਹੋਵੇ ਤੇ ਇਸ ਨੂੰ ਅੰਧ ਵਿਸ਼ਵਾਸ ਆਖਿਆ ਜਾਂਦਾ ਹੈ। ਸ਼ਰਧਾ ਗਿਆਨ ਸਹਿਤ ਹੋਵੇ ਤੇ ਉਹ ਤੁਹਾਨੂੰ ਕਿਸੇ ਮੰਜ਼ਿਲ ਤੇ ਪਹੁੰਚਾ ਸਕਦੀ ਏ। ਜੇ ਸ਼ਰਧਾ ਗਿਆਨ ਤੋਂ ਬਿਨਾਂ ਹੋਵੇ, ਜਿਸ ਨੂੰ ਅੰਧ ਵਿਸ਼ਵਾਸ ਆਖੀਦਾ, ਉਹ ਤੁਹਾਨੂੰ ਕਿਸੇ ਹਨੇਰੀ ਖੱਡ ਵਿੱਚ ਸੁੱਟ ਵੀ ਸਕਦੀ ਹੈ, ਤੁਹਾਡੀ ਉਹ ਸ਼ਰਧਾ ਜਿਸ ਨੂੰ ਅਸੀਂ ਸ਼ਰਧਾ ਦਾ ਨਾਮ ਦਿੰਦੇ ਹਾਂ। ਸੋ ਉਸ ਸ਼ਰਧਾ ਵੱਸ ਬਹੁਤ ਲੋਕਾਂ ਨੇ ਕੰਮ ਵੀ ਕੀਤਾ। ਬ੍ਰਿਟਿਸ਼ ਸਰਕਾਰ ਨੇ ਜਦੋਂ ਸਾਊਥ ਵਿੱਚ ਕਬਜ਼ਾ ਕਰ ਲਿਆ ਤੇ ਕੁਝ ਸਾਲਾਂ ਬਾਅਦ ਉਹਨਾਂ ਨੇ ਉੱਥੇ ਇਸ ਤਰ੍ਹਾਂ ਲੋਕਾਂ ਨੂੰ ਛਾਲਾਂ ਮਾਰਦੇ ਮਰਦੇ ਵੇਖਿਆ ਤੇ ਉਹਨਾਂ ਨੇ ਇਹਦੇ ਉੱਤੇ ਬੈਨ ਲਗਾ ਦਿੱਤਾ ਕਿ ਤੁਸੀਂ ਇਸ ਕੰਮ ਨੂੰ ਬੰਦ ਕਰੋ। ਤੇ ਉਹਨਾਂ ਨੇ ਬੰਦ ਕਰਵਾਇਆ ਤੇ ਉਦੋਂ ਤੋਂ ਬੰਦ ਹੈ। ਕੋਈ ਚੋਰੀ ਛੱਪੀ ਹੋ ਜਾਂਦਾ ਹੋਵੇ ਤੇ ਪਤਾ ਨਹੀਂ। ਸੋ ਇਹ ਕਹਾਣੀ ਵੀ ਇਸ ਮੰਦਰ ਦੇ ਨਾਲ ਹੀ ਜੁੜੀ ਹੋਈ ਹੈ। ਸੋ ਇਹ ਜਗ੍ਹਾ ਜਿਹੜੀ ਹੈ ਜ਼ਿਲ੍ਹਾ ਖੰਡਵਾ ਕਰਕੇ ਦੱਸਿਆ ਜਾਂਦਾ ਹੈ, ਮੱਧ ਪ੍ਰਦੇਸ਼ ਵਿੱਚ ਨਰਮਦਾ ਨਦੀ ਦੇ ਕਿਨਾਰੇ 'ਤੇ ਸਥਿਤ ਹੈ। ਤੇ ਇੱਥੇ ਗੁਰੂ ਨਾਨਕ ਦੇਵ ਜੀ ਦਵਾਰਕਾ ਆਦਿ ਤੋਂ ਹੁੰਦੇ ਹੋਏ ਵਾਪਸ ਇਸ ਦੇ ਕਿਨਾਰੇ 'ਤੇ ਜਿੱਥੇ ਮੰਦਰ ਸੀ ਉੱਥੇ ਪਹੁੰਚੇ। ਤੇ ਉੱਥੇ ਉਹਨਾਂ ਨੇ ਆ ਕੇ ਜੋ ਕੁਝ ਵੇਖਿਆ
ਉਹ ਇਹ ਵੇਖਿਆ ਕਿ ਜਿਹੜੇ ਉੱਥੋਂ ਦੇ ਪੁਜਾਰੀ ਲੋਕ ਨੇ, ਪੰਡਿਤ ਲੋਕ ਨੇ, ਉਹ ਵਿੱਦਿਆ ਪੜ੍ਹਾਉਂਦੇ ਨੇ ਬੱਚਿਆਂ ਨੂੰ ਆਪਣੇ ਧਰਮ ਦੀ, ਤੇ ਉਹ ਉਸ ਵਕਤ ਨਾ ਜਿਵੇਂ ਫੱਟੀਆਂ ਹੁੰਦੀਆਂ ਸੀ ਲੱਕੜੀ ਦੀਆਂ, ਉਹਦੇ ਉੱਤੇ ਲਿਖ ਕੇ ਦਿੰਦੇ ਸਨ, ਜਿਸ ਨੂੰ ਗੁਰਬਾਣੀ ਵਿੱਚ ਪੱਟੀ ਲਿਖਿਆ ਗਿਆ। 2 ਪੱਟੀਆਂ ਮੌਜੂਦ ਨੇ ਗੁਰਬਾਣੀ ਵਿੱਚ, ਗੁਰੂ ਅਮਰਦਾਸ ਮਹਾਰਾਜ ਜੀ ਦੇ, ਗੁਰੂ ਨਾਨਕ ਦੇਵ ਜੀ ਦੀ ਪੱਟੀ ਲਿਖੀ ਕਰਕੇ। ਇਸ ਤਰ੍ਹਾਂ ਉਹ ਫੱਟੀਆਂ ਦੇ ਉੱਤੇ ਓਮ ਨਮः ਕਰਕੇ ਸ਼ਬਦ ਲਿਖ ਦਿੰਦੇ ਸਨ। ਇਸ ਸ਼ਬਦ ਦਾ ਮਤਲਬ ਇਹ ਹੁੰਦਾ ਸੀ ਕਿ ਅਸੀਂ ਪਰਮਾਤਮਾ ਨੂੰ ਨਮਸਕਾਰ ਕਰਦੇ ਹਾਂ। ਓਮ ਮੈਨੇ ਪਰਮਾਤਮਾ, ਨਮः ਮੈਨੇ ਨਮਸਕਾਰ। ਅਸੀਂ ਪਰਮਾਤਮਾ ਨੂੰ ਨਮਸਕਾਰ ਕਰਦੇ ਹਾਂ, ਪਰ ਪਰਮਾਤਮਾ ਉਹ ਮੰਨ ਕਿਸ ਨੂੰ ਰਹੇ ਨੇ? ਜਿਹੜੀ ਉਸ ਮੰਦਰ ਦੇ ਅੰਦਰ ਮੂਰਤੀ ਏ। ਤੇ ਮੂਰਤੀ ਕੀ ਏ? ਜਿਸ ਨੂੰ ਜੋਤਿਰਲਿੰਗ ਆਖਦੇ ਨੇ, ਸ਼ਿਵ ਦੀ ਉਹ ਜੋ ਵੀ ਹੈ, ਮੈਨੂੰ ਉਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ। ਉਸ ਸ਼ਿਵਲਿੰਗ ਨੂੰ ਉਹ ਪਰਮਾਤਮਾ ਮੰਨਦੇ ਨੇ। ਉਸ ਨੂੰ ਪਰਮਾਤਮਾ ਮੰਨ ਕੇ ਪੱਟੀ ਉੱਤੇ ਓਮਕਾਰ ਜਾਂ ਓਮ ਨਮः ਸ਼ਬਦ ਲਿਖ ਕੇ ਉਸ ਨੂੰ ਉਹ ਨਮਸਕਾਰ ਕਰਦੇ। ਇਹ ਚੀਜ਼ ਗੁਰੂ ਨਾਨਕ ਦੇਵ ਜੀ ਨੇ ਹੁੰਦੀ ਵੇਖੀ, ਤੇ ਉਹਨਾਂ ਨੇ ਉੱਥੋਂ ਦੇ ਉਸ ਪੁਜਾਰੀ ਜਾਂ ਪੰਡਿਤ ਦੇ ਨਾਲ ਗੱਲਬਾਤ ਕੀਤੀ ਕਿ ਬਾਕੀ ਸਾਰੀਆਂ ਚੀਜ਼ਾਂ ਠੀਕ ਲੱਗ ਰਹੀਆਂ ਨੇ, ਪਰ ਜਿਸ ਜੋਤਿਰਲਿੰਗ ਨੂੰ ਤੁਸੀਂ ਪਰਮਾਤਮਾ ਆਖ ਰਹੇ ਹੋ, ਮੇਰੀ ਨਿਗਾਹ ਵਿੱਚ ਇਹ ਪਰਮਾਤਮਾ ਨਹੀਂ ਹੋ ਸਕਦਾ, ਹੈ ਨਾ। ਪਰਮਾਤਮਾ ਸਰਵ ਵਿਆਪਕ ਹੈ। ਤੁਸੀਂ ਇੱਥੇ ਸਥਾਪਿਤ ਕਰਕੇ, ਚਾਹੇ ਉਹ ਆਪਣੇ ਆਪ ਸਥਾਪਿਤ ਹੋਇਆ ਜੋ ਵੀ ਹੈ, ਉਸ ਨੂੰ ਤੁਸੀਂ ਪਰਮਾਤਮਾ ਮੰਨ ਕੇ ਨਮਸਕਾਰ ਕਰਦੇ ਹੋ, ਇਹ ਗੱਲ ਠੀਕ ਨਹੀਂ। ਹਾਂ, ਇਹਨਾਂ ਅੱਖਰਾਂ ਰਾਹੀਂ ਤੁਸੀਂ ਪਰਮਾਤਮਾ ਨੂੰ ਨਮਸਕਾਰ ਕਰੋ, ਉਹ ਚੱਲੇਗੀ, ਉਹ ਠੀਕ ਹੈ। ਸੋ ਇਹ ਕਹਾਣੀ ਇੱਥੋਂ ਦੇ ਬਾਰੇ ਦੱਸੀ ਜਾਂਦੀ ਹੈ, ਜਿਸ ਕਰਕੇ ਇਸ ਬਾਣੀ ਦਾ ਮੁੱਢ ਬੱਝਾ। ਤੇ ਗੁਰੂ ਸਾਹਿਬ ਉੱਥੇ ਕੁਝ ਦਿਨ ਠਹਿਰੇ, ਤੇ ਉਹਨਾਂ ਪੰਡਤਾਂ ਦੇ ਨਾਲ ਗੁਰੂ ਜੀ ਦੀ ਵਿਚਾਰ ਚਰਚਾ ਹੁੰਦੀ ਰਹੀ। ਤੇ ਆਪਾਂ ਇਸ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਇਸ ਬਾਣੀ ਦੀ ਪਹਿਲੀ ਲਾਈਨ ਤੋਂ ਪਤਾ ਹੁੰਦਾ ਹੈ ਕਿ ਲੱਗਦਾ ਹੈ ਕਿ ਓਅੰਕਾਰ ਬ੍ਰਹਮਾ ਉਤਪਾਤ। ਉਹ ਲੋਕ ਜਿੱਥੇ ਸ਼ਿਵ ਦੀ ਪੂਜਾ ਕਰਦੇ ਸੀ, ਉਹਦੇ ਨਾਲ ਨਾਲ ਬ੍ਰਹਮਾ ਤੇ ਵਿਸ਼ਨੂੰ, ਇਹ 3 ਦੇਵਤਿਆਂ ਨੂੰ ਉਹ ਤ੍ਰਿਮੂਰਤੀ ਵੀ ਆਖਦੇ ਨੇ, ਟ੍ਰਿਨਿਟੀ ਵੀ ਆਖਦੇ ਨੇ, ਵੀ ਇਹ ਸਾਰੇ ਇਕੱਠੇ ਇੱਕੋ ਹੀ ਰੂਪ ਨੇ, ਪਰ ਇਹਨਾਂ ਦਾ ਜੋ ਕਾਰਜ ਹੈਗਾ ਉਹ ਵੱਖਰਾ ਵੱਖਰਾ ਹੈ। ਬ੍ਰਹਮਾ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਸ਼ਿਵ ਲੈਅ ਕਰਦਾ, ਭਾਵ ਖਤਮ ਕਰਦਾ, ਤੇ ਵਿਸ਼ਨੂੰ ਜੀ ਇਹਦੀ ਪਾਲਣਾ ਕਰਦੇ ਨੇ। ਉਹ ਇਸ ਤਰ੍ਹਾਂ ਮੰਨਦੇ ਨੇ, ਜਿਸ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਜਪਜੀ ਸਾਹਿਬ ਵਿੱਚ ਸਮਝਾਇਆ ਸੀ ਕਿ ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਬਾਨ, ਪਰ ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਯਾਨੀ ਵਾਹਿਗੁਰੂ ਦਾ ਜੋ ਹੁਕਮ ਹੈ ਉਹ ਹੀ ਪੂਰੇ ਬ੍ਰਹਿਮੰਡ ਵਿੱਚ ਹੁੰਦਾ ਹੈ। ਜਿਨ੍ਹਾਂ ਸ਼ਕਤੀਆਂ ਨੂੰ ਤੁਸੀਂ ਉਤਪੱਤੀ ਕਰਨ ਵਾਲੇ, ਸੰਸਾਰ ਦੀ ਪਾਲਣਾ ਕਰਨ ਵਾਲੇ ਤੇ ਵਿਨਾਸ਼ ਕਰਨ ਵਾਲੇ ਮੰਨਦੇ ਹੋ, ਇਹ ਖੁਦ ਵੀ ਉਹਦੀ ਆਰਾਧਨਾ ਕਰਦੇ ਨੇ, ਹੈ ਨਾ। ਸੋ ਜਿਹਦੀ ਇਹ ਲੋਕ ਆਰਾਧਨਾ ਕਰਦੇ ਨੇ, ਜਿਨ੍ਹਾਂ ਨੂੰ ਤੁਸੀਂ ਭਗਵਾਨ ਮੰਨਦੇ ਹੋ, ਕਿਉਂ ਨਾ ਅਸੀਂ ਸਾਰੇ ਮਿਲ ਕੇ ਉਸੇ ਦੀ ਆਰਾਧਨਾ ਕਰੀਏ ਜਿਹਦੀ ਆਰਾਧਨਾ ਇਹ ਵੀ ਦੇਵਤੇ ਵੀ ਕਰਦੇ ਨੇ। ਸੋ ਇੱਥੋਂ ਗੱਲਬਾਤ ਸ਼ੁਰੂ ਹੁੰਦੀ ਹੈ ਇਸ ਬਾਣੀ ਵਿੱਚ। ਤੇ ਇਸ ਬਾਣੀ ਦੀਆਂ 2 ਹੀ ਪੰਕਤੀਆਂ ਨੇ ਰਹਾਉ ਵਾਲੀਆਂ, ਜਿਨ੍ਹਾਂ ਤੋਂ ਇਹ ਗੱਲ ਬੜੀ ਸਪਸ਼ਟ ਹੁੰਦੀ ਹੈ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਆਖਦੇ ਨੇ, ਸੁਣ ਭਾਂਡੇ ਐ ਪੰਡਿਤ ਸੁਣ, ਕਿਆ ਲਿਖੋ ਜੰਜਾਲਾ। ਵੀ ਤੂੰ ਆ ਦੁਨਿਆਵੀ ਚੀਜ਼ਾਂ ਇਹਨਾਂ ਵਿਦਿਆਰਥੀਆਂ ਨੂੰ ਲਿਖ ਲਿਖ ਕੇ ਸਿਖਾ ਰਿਹਾ ਹੈ, ਤੇ ਮੇਰੀ ਨਿਗਾਹ ਵਿੱਚ ਇਹ ਇੱਕ ਜੰਜਾਲ ਹੈ, ਇਹਦਾ ਕੋਈ ਲਾਭ ਨਹੀਂ ਹੋਣ ਵਾਲਾ। ਕਿਉਂਕਿ ਜਿਹੜੀ ਚੀਜ਼ ਤੂੰ ਇਹਨਾਂ ਨੂੰ ਪੜ੍ਹਾ ਰਿਹਾ ਹੈ ਕਿ ਪਰਮਾਤਮਾ, ਇਸ ਨੂੰ ਨਮਸਕਾਰ ਕਰੋ, ਇਹ ਕਿਸੇ ਰੂਪ ਵਿੱਚ ਵੀ ਪਰਮਾਤਮਾ ਨਹੀਂ ਮੰਨਿਆ ਜਾ ਸਕਦਾ। ਤੇ ਫਿਰ ਉਹਨੇ ਜ਼ਰੂਰ ਪੁੱਛਿਆ ਹੋਵੇਗਾ ਵੀ ਹੋਰ ਫਿਰ ਮੈਂ ਕੀ ਕਰਾਂ। ਮੇਰੀ ਤਾਂ ਨਿਗਾਹ ਵਿੱਚ ਇਹੋ ਹੀ ਗੱਲ ਹੈ ਕਿ ਕਿਉਂਕਿ ਮੈਂ
ਆਪਣੇ ਧਰਮ ਗ੍ਰੰਥਾਂ ਵਿੱਚ ਪੜ੍ਹਦਾ ਆਇਆ, ਆਪਣੇ ਵੱਡਿਆਂ ਵਡੇਰਿਆਂ ਤੋਂ ਸਿੱਖੀਆਂ ਨੇ ਚੀਜ਼ਾਂ, ਉਹੀ ਗੱਲਾਂ ਅਸੀਂ ਵੀ ਅੱਜ ਕਰੀ ਜਾ ਰਹੇ ਹਾਂ ਕਿ ਸਾਡੇ ਬਜ਼ੁਰਗਾਂ ਨੇ ਆਖਿਆ ਸੀ ਅਖੰਡ ਪਾਠ ਕਰਾਇਓ, ਸਾਡੇ ਬਾਪੂ ਨੇ, ਸਾਡੀ ਬੇਬੇ ਨੇ ਆਖਿਆ ਸੀ ਫਲਾਣੇ ਤੀਰਥ 'ਤੇ ਜਾ ਕੇ ਪੁੰਨ ਦਾਨ ਕਰਿਓ, ਦਰਬਾਰ ਸਾਹਿਬ ਜਾਇਓ, ਉੱਥੇ ਜਾ ਕੇ ਆਹ ਕਰਿਓ, ਅਤੇ ਅਸੀਂ ਵੀ ਤਾਂ ਉਹੀ ਕਰੀ ਜਾ ਰਹੇ ਹਾਂ। ਉਹੀ ਗੱਲ ਉਹ ਕਹਿ ਰਿਹਾ ਸੀ ਕਿ ਵੀ ਮੇਰੇ ਬਜ਼ੁਰਗਾਂ ਨੇ ਦੱਸਿਆ ਹੈ ਵੀ ਇਹ ਸ਼ਿਵ ਲਿੰਗ ਜਿਹੜਾ ਹੈ ਇਹ ਬ੍ਰਹਮ ਹੈ, ਪਰਮਾਤਮਾ ਹੈ, ਅਤੇ ਜੇ ਤੁਸੀਂ ਕਹਿ ਰਹੇ ਹੋ ਕਿ ਇਹ ਜੰਜਾਲ ਹੀ ਇੱਕ ਕਿਸਮ ਦਾ, ਅਤੇ ਫਿਰ ਮੈਂ ਕੀ ਕਰਾਂ, ਇਹਨਾਂ ਨੂੰ ਕੀ ਪੜ੍ਹਾਵਾਂ ਹੋਰ। ਅਤੇ ਗੁਰੂ ਨਾਨਕ ਸਾਹਿਬ ਨੇ ਆਖਿਆ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਗੁਰੂ ਦੀ ਰਾਹੀਂ ਉਸ ਪਰਮੇਸ਼ਵਰ ਦਾ ਨਾਮ ਲਿਖ ਕੇ ਇਹਨਾਂ ਨੂੰ ਦੇ, ਜਿਹੜਾ ਇਹ ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ ਹੈ। ਗੋਪਾਲ ਦਾ ਮਤਲਬ ਹੁੰਦਾ ਹੈ ਗੋ ਮੈਨੇ ਧਰਤੀ, ਪਾਲ ਮੈਨੇ ਪਾਲਣਾ ਕਰਨ ਵਾਲਾ, ਭਾਵ ਸਾਰੇ ਧਰਤੀ ਦੇ, ਸਾਰੇ ਬ੍ਰਹਿਮੰਡ ਦੇ ਜੀਵਾਂ ਦੀ ਜੋ ਪਾਲਣਾ ਕਰਨ ਵਾਲਾ ਹੈ ਨਾ, ਉਸ ਪਰਮੇਸ਼ਵਰ ਦਾ ਨਾਮ ਆਪਣੇ ਹਿਰਦੇ ਵਿੱਚ ਲਿਖ ਤੇ ਇਹਨਾਂ ਨੂੰ ਵੀ ਲਿਖਵਾ ਰਾਮ ਦਾ ਨਾਮ। ਯਾਨੀ ਇਹ ਜਿਹੜਾ ਤੂੰ ਕਰਮ ਕਰ ਰਿਹਾ ਹੈ, ਇਹ ਭਾਵੇਂ ਤੂੰ ਇੱਕ ਧਾਰਮਿਕ ਚੰਗਾ ਕਰਮ ਸਮਝ ਕੇ ਕਰ ਰਿਹਾ ਹੈ, ਪਰ ਇਸ ਦਾ ਕੋਈ ਲਾਭ ਨਹੀਂ ਹੋਣ ਵਾਲਾ। ਐਵੇਂ ਤੂੰ ਆਪਣੀ ਜ਼ਿੰਦਗੀ ਵੀ ਤੇ ਇਹਨਾਂ ਦੀ ਵੀ ਬਰਬਾਦ, ਯਾਨੀ ਜ਼ਿੰਦਗੀ ਦਾ ਸਮਾਂ ਬਰਬਾਦ ਕਰ ਰਿਹਾ ਹੈ, ਉਹ ਤੈਨੂੰ ਨਹੀਂ ਕਰਨਾ ਚਾਹੀਦਾ। ਸੋ ਇਹ ਰਹਾਉ ਵਾਲੀਆਂ ਪੰਕਤੀਆਂ, ਯਾਨੀ ਇਸ ਸਾਰੀ ਬਾਣੀ ਦਾ ਮੁੱਖ ਭਾਵ, ਕੇਂਦਰੀ ਭਾਵ ਹੈ, ਜਿਹਦੇ ਵਿੱਚ ਇਹ ਗੱਲ ਸਪਸ਼ਟ ਹੋ ਗਈ ਕਿ ਉਹ ਇੱਕ ਪੰਡਿਤ ਨੂੰ ਸੰਬੋਧਨ ਕਰ ਰਹੇ ਨੇ, ਸੁਣ ਪਾਂਡੇ, ਇਹ ਪੰਡਿਤ ਮੇਰੀ ਗੱਲ ਧਿਆਨ ਨਾਲ ਸੁਣ। ਸੋ ਇਹ ਹੁਣ ਸਾਰੀ ਗੱਲ ਅਸੀਂ ਹੌਲੀ ਹੌਲੀ ਸਮਝਾਂਗੇ ਕਿ ਗੁਰੂ ਜੀ ਕਿਸ ਤਰ੍ਹਾਂ ਅੱਗੇ ਤੋਂ ਅੱਗੇ ਉਹਨੂੰ ਆਪਣੀ ਨਵੀਂ ਵਿਚਾਰਧਾਰਾ ਦੇ ਕੇ ਰੱਬ ਨਾਲ ਜੋੜਨ ਦੀ ਉਹਨੂੰ ਵੀ ਤੇ ਸਾਨੂੰ ਸਾਰਿਆਂ ਨੂੰ ਵੀ ਕੋਸ਼ਿਸ਼ ਕਰਦੇ ਨੇ। ਸੋ ਆਓ ਉੱਤੋਂ ਦੇਖਦੇ ਆਪਾਂ, ਜਿੱਥੇ ਬਾਣੀ ਦਾ ਸਿਰਲੇਖ ਹੈ, ਇਹਦੇ ਵਿੱਚ ਮੈਂ ਥੋੜ੍ਹੀ ਸਪੇਸ ਪਾਈ ਹੈ, ਜਾਣ ਕੇ ਪਾਈ ਹੈ, ਰਾਮ ਕਲੀ ਸਪੇਸ ਮਹਿਲਾ ਪਹਿਲਾ, ਫਿਰ ਸਪੇਸ ਦੱਖਣੀ, ਓਂਕਾਰ ਦੱਖਣੀ ਦੇ ਬਿਲਕੁਲ ਅੱਗੇ ਆ, ਮੈਂ ਉਹਨੂੰ ਥੱਲੇ ਆਪ ਜਾਣ ਕੇ ਕੀਤਾ, ਇਸ ਲਈ ਕਿ ਸਾਨੂੰ ਸਮਝ ਆ ਸਕੇ। ਆਪਾਂ ਉਹਨੂੰ ਬਦਲ ਨਹੀਂ ਸਕਦੇ, ਹੇਰ ਫੇਰ ਨਹੀਂ ਕਰ ਸਕਦੇ, ਪਰ ਸਮਝਣ ਲਈ ਇਸ ਤਰ੍ਹਾਂ ਮੈਂ ਲਿਖਿਆ ਤੁਹਾਡੇ ਸਾਹਮਣੇ। ਸੋ ਰਾਮ ਕਲੀ ਤੇ ਆਪਾਂ ਵਿਸ਼ਰਾਮ ਦੇਣਾ, ਖੁੱਲੀ ਜਗ੍ਹਾ ਛੱਡਣ ਦਾ ਇੰਨਾ ਹੀ ਮਤਲਬ ਹੈ। ਰਾਮ ਕਲੀ ਤੇ ਵਿਸ਼ਰਾਮ ਦੇਣਾ ਹੈ। ਰਾਮ ਕਲੀ ਰਾਗ ਜਾਂ ਇੱਕ ਰਾਗਣੀ ਦਾ ਨਾਮ ਹੈ। ਮਹਿਲਾ ਪਹਿਲਾ ਦਾ ਮਤਲਬ ਹੈ ਕਿ ਪਹਿਲੇ ਗੁਰੂ ਜੀ ਇਸ ਬਾਣੀ ਨੂੰ ਉਚਾਰ ਰਹੇ ਨੇ। ਦੱਖਣੀ ਇੱਕ ਰਾਗਣੀ ਦੀ ਕਿਸਮ ਹੈ ਨਾ, ਤੇ ਇਸ ਤਰ੍ਹਾਂ ਗੁਰਬਾਣੀ ਵਿੱਚ ਬਹੁਤ ਥਾਈਂ ਪ੍ਰਭਾਤੀ ਦੱਖਣੀ, ਗੌੜੀ ਦੱਖਣੀ, ਹੋਰ ਰਾਗਾਂ ਦੇ ਨਾਮ ਨਾਲ ਵੀ ਦੱਖਣੀ ਸ਼ਬਦ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਦਾ ਹੈ। ਇੱਕ ਮਿਸਾਲ ਦੇ ਤੌਰ ਤੇ ਆ ਗੌੜੀ ਮਹਿਲਾ ਪਹਿਲਾ ਦੱਖਣੀ, ਉੱਥੇ ਮਹਿਲਾ ਪਹਿਲਾ ਦੀ ਬਾਣੀ ਗੌੜੀ ਰਾਗ ਦੀ ਦੱਖਣੀ ਰਾਗਣੀ ਦੀ ਕਿਸਮ ਵਿੱਚ ਉਚਾਰੀ ਜਾ ਰਹੀ ਹੈ। ਸੋ ਇਹ ਜਿਹੜਾ ਹੈ ਨਾ ਸਾਰਾ ਰਾਮਕਲੀ ਦੱਖਣੀ, ਇਹ ਸੰਬੰਧ ਰੱਖਦਾ ਰਾਗੀ ਸਿੰਘਾਂ ਦੇ ਨਾਲ ਕਿ ਉਹ ਜਦੋਂ ਵੀ ਇਸ ਬਾਣੀ ਵਿੱਚੋਂ ਕੋਈ ਬੰਦ ਗਾਉਣ, ਕੋਈ ਪੌੜੀ ਗਾਉਣ, ਕੋਈ ਸ਼ਬਦ ਗਾਉਣ, ਉਹ ਰਾਗ ਰਾਮਕਲੀ ਵਿੱਚ ਗਾਉਣ, ਚਾਹੇ ਉਹ ਇਹਨੂੰ ਰਾਗਣੀ ਵੀ ਮੰਨਦੇ ਨੇ ਲੋਕ, ਰਾਮਕਲੀ ਰਾਗਣੀ ਹੈ, ਇਸ ਵਿੱਚ ਗਾਉਣ, ਪਰ ਇਹਦੀ ਦੱਖਣੀ ਕਿਸਮ ਵਿੱਚ ਗਾਉਣ, ਹੈ ਨਾ। ਰਾਮਕਲੀ ਦੀਆਂ ਕਈ ਕਿਸਮਾਂ ਨੇ, ਇਸ ਨੂੰ ਦੱਖਣੀ ਕਿਸਮ ਵਿੱਚ ਗਾਇਨ ਕਰਨ। ਸੋ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਚਾਰ ਜੋ ਸਪਸ਼ਟ ਤੌਰ ਤੇ ਲਿਖਿਆ ਹੋਇਆ ਸਾਡੇ ਸਾਹਮਣੇ। ਸੋ ਜੇ ਇਸ ਤੋਂ ਅੱਗੇ ਪਿੱਛੇ ਕੋਈ ਗਾ ਰਿਹਾ ਤੇ ਫਿਰ ਉਹ ਮਨਮਤ ਕਰ ਰਿਹਾ, ਇਹ ਵੀ ਗੱਲ ਸਾਨੂੰ ਕਹਿਣੀ ਬਣਦੀ ਹੈ, ਤੇ ਇਹ ਵੀ ਕਹਿਣਾ ਬਣਦਾ ਕਿ ਸਾਨੂੰ ਮਨਮਤ ਨਹੀਂ ਕਰਨੀ ਚਾਹੀਦੀ। ਅਸੀਂ ਪਾਠ ਕਰਾਂਗੇ, ਅਸੀਂ ਗਾ ਕੇ ਨਹੀਂ ਕਰਨਾ। ਅਸੀਂ ਪਾਠ ਕਰਨ ਵਾਲੇ ਰਾਗਾਂ ਤੋਂ ਜਾਣੂ ਵੀ ਨਹੀਂ ਆ, ਸਾਨੂੰ ਕੀ ਪਤਾ ਰਾਮਕਲੀ ਕਿਵੇਂ ਗਾਈਦਾ ਤੇ ਰਾਮਕਲੀ ਦੱਖਣੀ ਉਹਦੀ ਜਿਹੜੀ ਕਿਸਮ ਹੈ ਉਹਨੂੰ ਕਿਵੇਂ ਗਾਉਣਾ, ਸਾਨੂੰ ਕੁਛ ਇਹਦੇ ਬਾਰੇ ਜਾਣਕਾਰੀ ਨਹੀਂ। ਪਰ ਇਹ ਜਿਹੜੇ ਰਾਗੀ ਸਿੰਘ ਨੇ, ਰਾਗ ਵਿਦਿਆ ਵਿੱਚ ਨਿਪੁੰਨ ਹੋਣੇ ਚਾਹੀਦੇ ਨੇ, ਤੇ ਉਹਨਾਂ ਨੂੰ ਇਹ ਚੀਜ਼ਾਂ ਸੰਗਤ ਦੇ ਸਾਹਮਣੇ ਲਿਆਉਣੀਆਂ ਚਾਹੀਦੀਆਂ ਨੇ।
ਸੋ ਅੱਗੇ ਸ਼ਬਦ ਹੈ ਓੰਕਾਰ। ਸੋ ਅਸੀਂ ਵੇਖਿਆ ਹੈ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਜਿਸ ਨੂੰ ਆਪਾਂ ਮੂਲ ਮੰਤਰ ਆਖਦੇ ਹਾਂ, ਮੰਗਲਾਚਰਨ ਵੀ ਆਖਦੇ ਹਾਂ, ਅਸਲ ਵਿੱਚ ਉਹ ਇੱਕ ਆਜ਼ਾਦ, ਆਪਣੇ ਆਪ ਵਿੱਚ ਆਜ਼ਾਦ ਪੂਰੀ ਬਾਣੀ ਹੈ ਮੇਰੀ ਨਿਗਾਹ ਵਿੱਚ। ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਓੰਕਾਰ ਇੱਕ ਚਿੰਨ੍ਹ ਯਾਨੀ ਇੱਕ ਸਿੰਬਲ ਓੰਕਾਰ ਦਾ ਵਰਤਿਆ ਹੈ। ਉਸ ਦਾ ਲੋਕੀ ਵੱਖ-ਵੱਖ ਉਚਾਰਨ ਕਰੀ ਜਾ ਰਹੇ ਨੇ। ਕੱਲ੍ਹ ਪਰਸੋਂ ਮੈਨੂੰ ਕਿਤਾਬ ਕੋਈ ਦੇ ਗਿਆ ਸੀ, ਉਹਦੇ ਵਿੱਚ ਉਹ ਇੱਕ ਉਹ ਉਚਾਰਨ ਕਰਨ ਲਈ ਕਹਿ ਰਿਹਾ ਹੈ, ਇੱਕ ਉਹ, ਤੇ ਉਦਾਹਰਨ ਲੈ ਰਿਹਾ ਹੈ ਕਿ ਅਸੀਂ ਸਾਰੇ ਉਹ ਹੀ ਤੇ ਕਹਿੰਦੇ ਆ, ਉਹ ਜਾਣੇ, ਉਹ ਹੀ ਕਰਦਾ ਜੋ ਕਰਦਾ ਹੈ, ਉਹਨੇ ਹੀ ਮੀਂਹ ਪਾਇਆ ਹੈ, ਉਹਨੇ ਹੀ ਧੁੱਪ ਲਾਈ ਹੈ, ਉਹਨੇ ਹੀ ਠੰਡ, ਤੇ ਇਸ ਨੂੰ ਇੱਕ ਉਹ ਆਖਣਾ ਚਾਹੀਦਾ। ਉਹਦੀ ਵਿਚਾਰ ਇਹ ਹੈ। ਪਰ ਇੱਥੋਂ ਆ ਜਿਹੜਾ ਸ਼ਬਦ ਹੈ ਨਾ ਓੰਕਾਰ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਸੋ ਇੱਥੋਂ ਸਮਝ ਆਉਂਦੀ ਹੈ ਕਿ ਉਹ ਜਿਹੜਾ ਸਿੰਬਲ ਹੈ ਨਾ ਸਾਡੇ ਕੋਲ, ਇੱਕ ਤੋਂ ਬਾਅਦ ਵਿੱਚ ਓੰਕਾਰ, ਊੜੇ ਦੇ ਉੱਤੇ ਖੁੱਲ੍ਹਾ ਤੇ ਉੱਤੇ ਕਾਰ ਲੱਗੀ ਹੋਈ, ਉਸ ਨੂੰ ਇੱਕ ਓੰਕਾਰ ਪੜ੍ਹਨਾ ਹੈ। ਸੋ ਇੱਥੇ ਓੰਕਾਰ ਗੁਰੂ ਸਾਹਿਬ ਨੇ ਲਿਖਿਆ ਹੋਇਆ ਹੈ। ਤੇ ਓਮ ਦਾ ਜਿਹੜਾ ਅਰਥ ਹੈ, ਇਹ ਹਿੰਦੀ ਵਿੱਚ ਇਸ ਨੂੰ ਓਮ ਆਖਦੇ ਨੇ। ਤੇ ਮੈਂ ਤੇ ਨਹੀਂ ਕਹਿੰਦਾ ਕਿ ਗੁਰੂ ਨਾਨਕ ਦੇਵ ਜੀ ਨੇ ਉਸ ਓਮ ਨੂੰ ਓੰਗ ਬਣਾਇਆ ਹੈ। ਗੁਰੂ ਨਾਨਕ ਦੇਵ ਜੀ ਦੀ ਆਪਣੀ ਨਿਵੇਕਲੀ ਫਿਲਾਸਫੀ ਹੈ, ਤੇ ਉਹਨਾਂ ਨੇ ਓੰਗ ਸ਼ਬਦ ਲਿਖਿਆ ਹੈ। ਤੇ ਓੰਗ ਦੇ ਜਿਹੜੇ ਅਰਥ ਨੇ ਉਹ ਪਰਮਾਤਮਾ ਹੀ ਨੇ, ਉਹਦੇ ਵਿੱਚ ਕੋਈ ਫਰਕ ਨਹੀਂ। ਬ੍ਰਹਮ ਆਖ ਲਓ, ਪਰਮਾਤਮਾ ਆਖ ਲਓ, ਵਾਹਿਗੁਰੂ ਆਖ ਲਓ, ਅਕਾਲ ਪੁਰਖ ਆਖ ਲਓ। ਤੇ ਜ਼ਿਆਦਾ ਸ਼ਬਦ ਮੈਨੂੰ ਅਕਾਲ ਪੁਰਖ ਚੰਗਾ ਲੱਗਦਾ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਉਸੇ ਹੀ ਮੰਗਲਾਚਰਨ ਯਾਨੀ ਮੂਲ ਮੰਤਰ ਵਿੱਚ ਅਕਾਲ, ਮੂਰਤ ਤੇ ਪੁਰਖ ਸ਼ਬਦ ਜਿਹੜਾ ਹੈ ਉਹ ਉਹਦੇ ਵਿੱਚ ਵਰਤੇ ਹੋਏ ਨੇ। ਪੁਰਖ ਵੀ ਵਰਤਿਆ ਹੋਇਆ ਹੈ ਤੇ ਅਕਾਲ ਵੀ ਵਰਤਿਆ ਹੋਇਆ। ਸੋ ਅਕਾਲ ਪੁਰਖ ਉਹ ਪੁਰਖ ਜਿਹੜਾ ਸਭਨਾਂ ਵਿੱਚ ਵਿਆਪਕ ਹੈ ਤੇ ਜਿਹੜਾ ਕਾਲ ਦੀਆਂ ਹੱਦਾਂ ਬੰਦੀਆਂ ਤੋਂ ਪਰੇ ਹੈ, ਯਾਨੀ ਉਹਦੇ ਉੱਤੇ ਕਾਲ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਇਸ ਲਈ ਉਹਨੂੰ ਅਕਾਲ ਪੁਰਖ ਆਖਣਾ ਜ਼ਿਆਦਾ ਚੰਗਾ ਲੱਗਦਾ ਹੈ। ਸੋ ਓੰਗ ਦੇ ਅਰਥ ਹੋ ਗਏ ਅਕਾਲ ਪੁਰਖ ਪਰਮਾਤਮਾ। ਕਾਰ ਜਿਹੜਾ ਸ਼ਬਦ ਹੈ ਇਹ ਓੰਗ ਦੇ ਨਾਲ ਜੋੜਿਆ ਗਿਆ, ਯਾਨੀ ਜਦੋਂ ਆਪਾਂ ਸਿੰਬਲ ਵੇਖਦੇ ਹਾਂ ਓੰਕਾਰ ਵਾਲਾ, ਤੇ ਊੜਾ ਉੱਤੋਂ ਖੁੱਲ੍ਹਾ ਰੱਖ ਕੇ ਉੱਤੇ ਕਾਰ ਪਾਈ ਹੋਈ ਹੈ, ਇਹ ਉਹ ਕਾਰ ਹੀ ਹੈ ਜਿਹੜੀ ਇੱਥੇ ਲਿਖ ਕੇ ਅੱਖਰਾਂ ਵਿੱਚ ਸਾਨੂੰ ਦਿਖਾਈ ਗਈ ਹੈ। ਸੋ ਪ੍ਰੋਫੈਸਰ ਸਾਹਿਬ ਸਿੰਘ ਇੱਕ ਗੱਲ ਇਸ ਕਾਰ ਦੇ ਸੰਬੰਧ ਵਿੱਚ ਲਿਖਦੇ ਨੇ। ਉਹ ਕਹਿੰਦੇ ਨੇ ਕਿ ਜਿਹੜਾ ਇਹ ਕਾਰ ਸ਼ਬਦ ਹੈ ਨਾ, ਇਹ ਸੰਸਕ੍ਰਿਤ ਵਿੱਚੋਂ ਆਇਆ ਹੋਇਆ ਹੈ ਤੇ ਇਹ ਬਹੁਤ ਸਾਰੇ ਅੱਖਰਾਂ ਦੇ ਪਿਛੇਤਰ ਲਗਾਇਆ ਜਾਂਦਾ, ਯਾਨੀ ਅੱਖਰਾਂ ਦੇ ਪਿੱਛੇ ਲਗਾਇਆ ਜਾਂਦਾ ਹੈ। ਕੋਈ ਸ਼ਬਦ ਹੁੰਦੇ ਨੇ ਜਿਹੜੇ ਅੱਖਰਾਂ ਤੋਂ ਪਹਿਲਾਂ ਲਗਾਏ ਜਾਂਦੇ ਨੇ, ਉਹਨਾਂ ਨੂੰ ਅਗੇਤਰ ਆਖਦੇ ਨੇ ਪੰਜਾਬੀ ਵਿੱਚ, ਤੇ ਜਿਹੜੇ ਸ਼ਬਦ ਕਿਸੇ ਸ਼ਬਦ ਦੇ ਪਿੱਛੇ ਲਾਏ ਜਾਣ ਉਹਨਾਂ ਨੂੰ ਪਿਛੇਤਰ ਆਖਦੇ ਨੇ। ਸੋ ਇਹ ਸ਼ਬਦ ਪਿਛੇਤਰ ਹੈ, ਕਿਸੇ ਅੱਖਰ ਦੇ ਪਿੱਛੇ ਲਗਾਇਆ ਜਾਂਦਾ ਹੈ ਕਾਰ ਸ਼ਬਦ। ਤੇ ਇਹਦਾ ਅਰਥ ਹੈ ਇੱਕ ਰਸ ਲਗਾਤਾਰ, ਲਗਾਤਾਰ ਕੋਈ ਚੀਜ਼ ਹੋ ਰਹੀ ਹੈ। ਤੇ ਉਹਨਾਂ ਨੇ ਕਈ ਸਾਰੀਆਂ ਉਦਾਹਰਨਾਂ ਦਿੱਤੀਆਂ। ਤੁਸੀਂ ਜਦੋਂ ਇੱਕ ਓੰਕਾਰ ਉਹ ਮੂਲ ਮੰਤਰ ਵਾਲੀ ਥਾਂ ਤੇ ਪ੍ਰੋਫੈਸਰ ਸਾਹਿਬ ਸਿੰਘ ਨੂੰ ਪੜ੍ਹੋਗੇ ਤੇ ਉਹਨਾਂ ਨੇ ਬਹੁਤ ਸਾਰੀਆਂ ਉਦਾਹਰਨਾਂ ਲਿਖੀਆਂ ਨੇ, ਜਿਵੇਂ ਨੰਨਾਕਾਰ ਤੇ ਝੁਨਤਕਾਰ ਇਤਿਆਦਿਕ ਸ਼ਬਦ। ਪਰ ਮੈਂ ਇੱਕ ਉਦਾਹਰਨ ਲਈ ਉਹਨਾਂ ਵਿੱਚੋਂ ਕਿ ਧੁਨ ਸ਼ਬਦ ਜਿਵੇਂ ਆ, ਧੁਨ ਤੋਂ ਧੁਨਕਾਰ ਬਣ ਜਾਂਦਾ ਹੈ। ਸੋ ਧੁਨ ਇੱਕ ਧੁਨੀ ਹੋ ਰਹੀ ਹੈ, ਇੱਕ ਸਾਊਂਡ ਲਗਾਤਾਰ ਚੱਲ ਰਹੀ ਹੈ ਧੁਨ, ਪਰ ਜਦੋਂ ਉਹਦੇ ਪਿੱਛੇ ਸ਼ਬਦ ਕਾਰ ਲੱਗ ਜਾਏ ਤੇ ਉਹ ਧੁਨੀ ਲਗਾਤਾਰ ਹੋ ਜਾਂਦੀ ਹੈ। ਕਿ ਜਿਹੜੀ ਧੁਨੀ ਲਗਾਤਾਰ ਹੋਵੇ ਉਸ ਨੂੰ ਧੁਨਕਾਰ ਆਖਦੇ ਨੇ। ਸੋ ਇਹ ਓੰਕਾਰ ਇਸ ਬਾਣੀ ਦਾ ਨਾਮ ਹੈ। ਤੇ ਬਹੁਤ ਵਾਰੀ ਆਪਾਂ ਲੋਕ ਇਸ ਨੂੰ ਨਾ ਦੱਖਣੀ ਓੰਕਾਰ ਕਰਕੇ ਆਖਦੇ ਹਾਂ। ਸੋ ਇਹ ਉਦਨ ਵੀਰ ਜੀ ਨੇ ਵੀ ਦੱਸਿਆ ਸੀ ਤੇ ਸਾਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ। ਜਦੋਂ ਵੀ ਇਹਦਾ ਪਾਠ ਕਰੋ, ਦੱਖਣੀ ਰਾਮਕਲੀ ਨਾਲ ਸੰਬੰਧ ਰੱਖਦੀ ਹੈ, ਓੰਕਾਰ ਨਾਲ ਦੱਖਣੀ ਦਾ ਕੋਈ ਸੰਬੰਧ ਨਹੀਂ। ਓੰਕਾਰ ਇੱਕ ਆਜ਼ਾਦ ਨਾਮ ਹੈ, ਨਾਉਨ ਹੈ ਜੋ ਇਸ ਬਾਣੀ ਨੂੰ ਦਿੱਤਾ ਗਿਆ ਹੈ। ਸੋ ਦੱਖਣੀ ਤੇ ਵਿਸ਼ਰਾਮ ਲਗਾ ਕੇ ਫਿਰ ਓੰਕਾਰ ਉਚਾਰੋ। ਫਿਰ ਇਸ ਦੇ ਅੱਗੇ ਮੰਗਲਾਚਰਨ ਸੰਖੇਪ ਰੂਪ ਵਿੱਚ ਇੱਕ ਓੰਕਾਰ ਸਤਿਗੁਰ
ਪ੍ਰਸਾਦ। ਹੁਣ ਓੰਕਾਰ ਇੱਥੇ ਬਾਣੀ ਦਾ ਨਾਮ, ਪਰ ਮੰਗਲਾਚਰਨ ਵਿੱਚ ਗੁਰੂ ਜੀ ਨੇ ਇਸ ਓੰਕਾਰ ਤੋਂ ਪਹਿਲਾਂ ਸ਼ਬਦ ਇੱਕ ਲਗਾਇਆ ਹੋਇਆ ਹੈ, ਕਿਉਂਕਿ ਉਸ ਵਕਤ ਵੀ ਤੇ ਅੱਜ ਵੀ ਮੰਨਿਆ ਜਾਂਦਾ ਹੈ ਕਿ ਬਹੁਤ ਸਾਰੇ ਪਰਮਾਤਮਾ ਨੇ, ਹੈ ਨਾ। ਜਿਵੇਂ ਕਈ ਲੋਕਾਂ ਨੇ ਆਪਣੇ ਨਾਵਾਂ ਨਾਲ ਵੀ ਭਗਵਾਨ ਜੋੜਿਆ, ਭਾਵੇਂ ਅਸੀਂ ਇੱਕ ਵਾਰੀ ਪਿੱਛੇ ਕੀਤਾ ਸੀ ਭਾਗਿਆਵਾਨ ਹੁੰਦਾ ਉਹਦਾ ਅਰਥ, ਪਰ ਅਸਲ ਵਿੱਚ ਲੋਕੀ ਉਸ ਨੂੰ ਇਸ ਤਰ੍ਹਾਂ ਨਹੀਂ ਸਮਝਦੇ, ਉਹਨੂੰ ਭਗਵਾਨ ਹੀ ਸਮਝਦੇ ਨੇ, ਉਹ ਰੱਬ ਹੀ ਸਮਝਣ ਲੱਗ ਜਾਂਦੇ ਨੇ, ਤੇ ਉਸ ਨਾਮ ਦੇ ਅਰਥ ਵੀ ਉਹ ਪਰਮਾਤਮਾ ਹੀ ਕਰਨ ਲੱਗ ਪੈਂਦੇ ਨੇ, ਭਾਗਿਆਵਾਨ ਨਹੀਂ ਕਰਦੇ। ਸੋ ਬਹੁਤ ਸਾਰੇ ਭਗਵਾਨ ਹੋਏ, ਤੇ ਉਹਨਾਂ ਸਾਰਿਆਂ ਭਗਵਾਨਾਂ ਤੋਂ ਖਹਿੜਾ ਛਡਾਉਣ ਲਈ ਗੁਰੂ ਜੀ ਨੇ ਨਾਲ ਸ਼ਬਦ ਇੱਕ ਲਗਾਤਾ ਵੀ ਤੁਸੀਂ ਬਹੁਤਿਆਂ ਭਗਵਾਨਾਂ ਨੂੰ ਛੱਡੋ, ਇੱਕ ਭਗਵਾਨ ਨਾਲ ਜੁੜੋ ਜਿਹੜਾ ਇਹਨਾਂ ਸਾਰਿਆਂ ਭਗਵਾਨਾਂ ਨੂੰ ਪੈਦਾ ਕਰਨ ਵਾਲਾ ਹੈ, ਉਹਦੇ ਵੱਲ ਆਪਣਾ ਧਿਆਨ ਲਿਆਓ। ਸੋ ਗੁਰੂ ਜੀ ਨੇ ਇੱਕ ਸ਼ਬਦ ਇਸ ਲਈ ਲਗਾਇਆ ਹੈ। ਸੋ ਵਿੱਚ ਸਾਰਾ ਮੂਲ ਮੰਤਰ ਇੱਥੇ ਸੰਖੇਪ ਵਿੱਚ ਆਖਿਆ ਸਤਿਗੁਰ ਪ੍ਰਸਾਦ। ਸਤਿਗੁਰੂ ਜੀ ਦੀ ਕਿਰਪਾ ਨਾਲ, ਉਸ ਦੇ ਪ੍ਰਸਾਦ ਨਾਲ ਉਸ ਪਰਮਾਤਮਾ ਬਾਰੇ ਸਾਨੂੰ ਸੋਝੀ ਪ੍ਰਾਪਤ ਹੁੰਦੀ ਹੈ, ਉਹਦੇ ਬਾਰੇ ਸਾਨੂੰ ਗਿਆਨ ਹਾਸਲ ਹੁੰਦਾ ਹੈ, ਉਹਦੇ ਬਾਰੇ ਪਤਾ ਲੱਗਦਾ ਹੈ ਕਿ ਉਹ ਪਰਮਾਤਮਾ ਸਰਵ ਵਿਆਪਕ ਹੈ, ਸਭ ਕੁਝ ਕਰਨ ਦੇ ਸਮਰੱਥ ਹੈ, ਉਸਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਉਹ ਹੀ ਲੈ ਕਰਦਾ ਹੈ, ਉਹ ਹੀ ਸਭਨਾਂ ਦੀ ਪਾਲਣਾ ਕਰਦਾ ਹੈ। ਸੋ ਇਹ ਸਾਰਾ ਕੁਝ ਸਾਨੂੰ ਗੁਰੂ ਦੀ ਕਿਰਪਾ ਨਾਲ ਹੀ ਸਮਝ ਵਿੱਚ ਆਉਂਦਾ ਹੈ। ਭਾਵੇਂ ਗੁਰੂ ਨਾਨਕ ਦੇਵ ਮਹਾਰਾਜ ਦੇ ਗੁਰੂ ਅਕਾਲ ਪੁਰਖ ਹੀ ਹਨ, ਉਹਨਾਂ ਨੇ ਇਸ ਫਾਨੀ ਸੰਸਾਰ ਵਿੱਚ ਆ ਕੇ ਕੋਈ ਮਨੁੱਖ ਮਾਤਰ ਨੂੰ ਗੁਰੂ ਨਹੀਂ ਧਾਰਨ ਕੀਤਾ। ਅਧਿਆਤਮਿਕ ਪਹਿਲੂ ਦੀ ਆਪਾਂ ਗੱਲ ਕਰਦੇ ਹਾਂ, ਭਾਵੇਂ ਉਹ ਪੜ੍ਹਨ ਲਈ ਸਕੂਲ ਵਿੱਚ ਗਏ ਹੀ ਨੇ, ਪਾਠਸ਼ਾਲਾ ਵਿੱਚ ਗਏ ਹੀ ਨੇ, ਤੇ ਜਿਹੜਾ ਵੀ ਪੜ੍ਹਾਉਣ ਵਾਲਾ ਹੋਵੇ ਉਸ ਨੂੰ ਉਸ ਵਕਤ ਲੋਕ ਉਸਤਾਦ ਵੀ ਆਖਦੇ ਸਨ, ਗੁਰੂ ਵੀ ਆਖਦੇ ਸਨ। ਸੋ ਅਧਿਆਤਮਿਕ ਪਹਿਲੂ ਤੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਗੁਰੂ ਜਿਹੜੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਹੀ ਸਨ, ਅਤੇ ਗੁਰਬਾਣੀ ਵਿੱਚ ਇਹ ਗੱਲ ਮੰਨੀ ਗਈ ਹੈ। ਪਰ ਅਸੀਂ ਜਿਹੜੇ ਲੋਕ ਹਾਂ, ਛੋਟੀ ਪਾਇਆਂ ਦੇ ਮਾਲਕ, ਸਾਨੂੰ ਇੰਨੀ ਸਮਝ ਨਹੀਂ ਕਿ ਰੱਬ ਨਾਲ ਇੱਕਦਮ ਕਿਵੇਂ ਜੁੜਿਆ ਜਾਏ, ਰੱਬ ਨਾਲ ਕਿਵੇਂ ਅਸੀਂ ਆਪਣਾ ਰਿਸ਼ਤਾ ਜੋੜ ਲਈਏ, ਕਿਵੇਂ ਉਹ ਦੂਰੀ ਮਿਟ ਜਾਏ ਜਿਹੜੀ ਸਾਡੀ ਬਣੀ ਹੋਈ ਏ। ਸਾਡੀ ਸਮਝ ਤੋਂ ਸਾਰੀਆਂ ਗੱਲਾਂ ਬਾਹਰ ਦੀਆਂ ਨੇ, ਇਸ ਲਈ ਸਾਨੂੰ ਗੁਰੂ ਦੀ ਲੋੜ ਪੈਂਦੀ ਹੈ। ਸੋ ਗੁਰੂ ਹੁਣ ਸਾਨੂੰ ਲੱਭਣ ਦੀ ਜ਼ਰੂਰਤ ਨਹੀਂ, ਗੁਰੂ ਨਾਨਕ ਦੇਵ ਮਹਾਰਾਜ ਸਾਡੇ ਤੇ ਬੜੀ ਵੱਡੀ ਕਿਰਪਾ ਕਰਕੇ ਸਾਨੂੰ ਇਹ ਪਵਿੱਤਰ ਬਾਣੀ ਦੇ ਗਏ ਨੇ, ਸ਼ਬਦ ਦੇ ਗਏ ਨੇ, ਤੇ ਇਹ ਸ਼ਬਦ ਵਿੱਚੋਂ ਹੀ ਅਸੀਂ ਉਸ ਪਰਮਾਤਮਾ ਦੀ ਖੋਜ ਕਰਨੀ ਹੈ, ਉਹਦੇ ਗੁਣਾਂ ਨੂੰ ਸਮਝ ਕੇ ਜੀਵਨ ਵਿੱਚ ਅਪਣਾਉਣਾ ਹੈ, ਤੇ ਜਿਹੜੀ ਵਿੱਥ ਹੈ ਉਹ ਮਿਟੇਗੀ, ਦੂਰੀ ਘਟੇਗੀ, ਹੌਲੀ ਹੌਲੀ ਖਤਮ ਹੋ ਜਾਏਗੀ। ਸੋ ਇਹ ਸੀ ਬਾਣੀ ਦਾ ਸਿਰਲੇਖ। ਅੱਗੇ ਹੁਣ ਕੀ ਹੋ ਰਿਹਾ ਹੈ ਕਿ ਉਹ ਪੰਡਿਤ ਜਿਹੜਾ ਓਮ ਨਮः ਸ਼ਿਵਾਏ ਅੱਖਰ ਲਿਖ ਕੇ ਆਪਣੇ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਸੀ, ਆਪ ਸਮਝ ਰਿਹਾ ਸੀ ਕਿ ਇਹ ਸ਼ਿਵਾ ਹੀ ਪਰਮਾਤਮਾ ਹੈ। ਇਹਦੇ ਨਾਲ ਨਾਲ ਉਹ ਦੂਸਰੇ ਦੋ ਦੇਵਤਿਆਂ ਦੀ ਗੱਲ ਕਰਦਾ ਸੀ, ਬ੍ਰਹਮਾ ਜੀ ਦੀ ਤੇ ਵਿਸ਼ਨੂੰ ਜੀ ਦੀ। ਸੋ ਗੁਰੂ ਨਾਨਕ ਸਾਹਿਬ ਸ਼ੁਰੂ ਇੱਥੋਂ ਕਰਦੇ ਨੇ ਕਿ ਭਾਈ ਪੰਡਿਤ ਜੀ, ਤੁਸੀਂ ਭਾਵੇਂ ਇਹ ਸਭ ਕੁਝ ਵਿਦਿਆਰਥੀਆਂ ਨੂੰ ਪੜ੍ਹਾ ਤੇ ਰਹੇ ਹੋ, ਪਰ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਓਮ ਨਮः ਸਾਨੂੰ ਨਮਸਕਾਰ ਉਸ ਪਰਮਾਤਮਾ ਨੂੰ ਕਰਨੀ ਚਾਹੀਦੀ ਏ ਜਿਹਦੇ ਤੋਂ ਬ੍ਰਹਮਾ ਦੀ ਉਤਪਤੀ ਹੋਈ ਹੈ। ਓੰਕਾਰ ਬ੍ਰਹਮਾ ਉਤਪਤ, ਉਤਪਤ ਤੋਂ ਮਤਲਬ ਪੈਦਾਇਸ਼, ਜਿਸ ਤੋਂ ਬ੍ਰਹਮਾ ਦੀ ਪੈਦਾਇਸ਼ ਹੋਈ ਹੈ, ਜਿਸ ਤੋਂ ਬ੍ਰਹਮਾ ਪੈਦਾ ਹੋਇਆ ਹੈ, ਸਾਨੂੰ ਉਸ ਓੰਕਾਰ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਜਾਂ ਉਹਨੂੰ ਨਮਸਕਾਰ ਕਰਨੀ ਚਾਹੀਦੀ ਹੈ। ਸੋ ਇੱਥੇ ਗੱਲ ਬ੍ਰਹਮਾ ਦੀ ਆਈ, ਮੈਂ ਥੋੜ੍ਹੀ ਜਿਹੀ ਗੱਲ ਇਸ ਦੇ ਬਾਰੇ ਵੀ ਕਰਨਾ ਚਾਹਾਂਗਾ, ਕਿਉਂਕਿ ਗੁਰਬਾਣੀ ਵਿੱਚ ਨਾ ਬ੍ਰਹਮਾ ਬਾਰੇ ਬਹੁਤ ਕੁਝ ਲਿਖਿਆ, ਤਿੰਨਾਂ ਦੇਵਤਿਆਂ ਬਾਰੇ ਬਹੁਤ ਕੁਝ ਲਿਖਿਆ ਹੋਇਆ ਹੈ। ਪਰ ਇੱਥੇ ਚਲੋ ਅਸੀਂ ਜੇ ਥੋੜ੍ਹਾ ਬ੍ਰਹਮਾ ਬਾਰੇ ਸਮਝ ਲਈਏ
ਮਿਥਿਆਸ ਹੀ ਹੈ ਵੈਸੇ ਤਾਂ, ਕਿਉਂਕਿ ਗੁਰਬਾਣੀ ਇਹ ਗੱਲ ਮੰਨਦੀ ਹੈ ਕਿ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਮਾਤਾ ਪਿਤਾ ਤੋਂ ਬਿਨਾ ਬੱਚੇ ਦੀ ਪੈਦਾਇਸ਼ ਜਿਹੜੀ ਹੈ ਉਹ ਅਸੰਭਵ ਗੱਲ ਹੈ। ਪਰ ਇਹ ਤੇ ਅਸੀਂ ਮੰਨਦੇ ਹਾਂ ਕਿ ਜਦੋਂ ਇਹ ਜੀਵ ਪੈਦਾ ਹੋਇਆ ਮਾਲਕ ਜਾਣੇ ਕਿਵੇਂ ਹੋਇਆ ਹੈ, ਕਿਹੜੀਆਂ ਛੋਟੀਆਂ ਛੋਟੀਆਂ ਅਣੂ ਇਕੱਠੇ ਹੋਏ ਨੇ ਜਿਨ੍ਹਾਂ ਤੋਂ ਇਹ ਹੌਲੀ ਹੌਲੀ ਵੱਧਦਾ ਇੱਥੋਂ ਤੱਕ ਪਹੁੰਚਿਆ ਹੈ, ਉਹ ਰਚਨਾ ਮਾਲਕ ਜਾਣੇ। ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਤੇਰੀ ਗਤ ਮੇ ਤੂੰ ਹੈ ਜਾਣੇ। ਪਰ ਇਸ ਚੱਲ ਰਹੇ ਸਮੇਂ ਵਿੱਚ, ਚੱਲ ਰਹੇ ਯੁੱਗ ਵਿੱਚ, ਜਿਹਦੇ ਵਿੱਚ ਅਸੀਂ ਸਾਰੇ ਜਿੰਦਾ ਹਾਂ ਤੇ ਦੇਖ ਰਹੇ ਹਾਂ ਕਿ ਮਾਤਾ ਪਿਤਾ ਦੇ ਸੰਬੰਧ ਤੋਂ ਬਿਨਾ ਬੱਚੇ ਦੀ ਹੋਂਦ ਜਿਹੜੀ ਉਹ ਨਾਮੁਮਕਿਨ ਹੈ, ਉਹ ਸੰਭਵ ਨਹੀਂ ਹੈ। ਸੋ ਇਹ ਕੀ ਕਹਿ ਰਹੇ ਨੇ ਕਿ ਬ੍ਰਹਮਾ ਦੀ ਉਤਪੱਤੀ ਕਿਵੇਂ ਹੋਈ ਹੈ ਕਿ ਵਿਸ਼ਨੂੰ ਦੀ ਨਾਭ ਕਮਲ ਤੋਂ, ਨਾਭੀ ਤੋਂ, ਯਾਨੀ ਨਾਭੀ ਤੋਂ ਵੀ ਉਹ ਦੱਸ ਰਹੇ ਨੇ ਕਿ ਇੱਕ ਲੰਮੀ ਜੀ ਨਾਲੀ ਤੇ ਅੱਗੇ ਉਹਦੇ 'ਚ ਕਮਲ ਫੁੱਲ ਲੱਗਾ ਹੈ ਤੇ ਇਸ ਤਰ੍ਹਾਂ ਦੂਰ ਲੰਮਾ ਜਿਹਾ, ਪਤਾ ਨਹੀਂ ਕਿੰਨਾ ਲੰਮਾ ਹੋਵੇ, ਵਾਹਿਗੁਰੂ ਜਾਣੇ। ਤੇ ਉਹਦੇ ਵਿੱਚੋਂ ਬ੍ਰਹਮਾ ਜੀ ਪੈਦਾ ਹੋਏ ਨੇ। ਤੇ ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੈ ਮੁਖ ਕੰਠ ਸਵਾਰ, ਤਾਕੋ ਅੰਤ ਨ ਜਾਈ ਲਖਣ ਆਵਤ ਜਾਤ ਰਹਿ ਗੁਬਾਰ। ਇਹ ਗੁਰੂ ਬਾਣੀ ਵਿੱਚ ਬਚਨ ਲਿਖਿਆ ਹੋਇਆ ਕਿ ਨਾਭ ਕਮਲ ਤੋਂ ਉਹ ਲੋਕ ਮੰਨਦੇ ਨੇ, ਇਹਨਾਂ ਦੇਵਤਿਆਂ ਦੀ ਪੂਜਾ ਕਰਨ ਵਾਲੇ, ਕਿ ਬ੍ਰਹਮਾ ਜੀ ਦਾ ਜੋ ਜਨਮ ਹੈ ਉਹ ਨਾਭ ਕਮਲ ਤੋਂ ਹੋਇਆ ਹੈ। ਬ੍ਰਹਮਾ ਦੇ ਹਿੱਸੇ ਵੇਦ ਆਏ, ਇਹ ਵੇਦਾਂ ਨੂੰ ਪੜ੍ਹਦਾ, ਸਮਝਦਾ, ਸਮਝਾਉਂਦਾ, ਵਿਚਾਰ ਕਰਦਾ। ਜਿਸ ਦੇ ਬਣਾਏ ਹੋਏ ਵੇਦ ਜਾਂ ਜਿਸ ਦੁਆਰਾ ਉਹ ਥਾਪੇ ਹੋਏ ਲੋਕ ਜਿਨ੍ਹਾਂ ਨੇ ਵੇਦਾਂ ਦੀ ਰਚਨਾ ਕੀਤੀ, ਜਿਨ੍ਹਾਂ ਵੇਦਾਂ ਨੂੰ ਲੋਕੀ ਆਪਣੇ ਕੰਠ ਦੁਆਰਾ ਬੜੇ ਪਿਆਰ ਨਾਲ ਪੜ੍ਹਦੇ ਨੇ, ਉਹ ਜਿਹੜਾ ਬ੍ਰਹਮਾ ਇੱਕ ਵਾਰੀ ਅਹੰਕਾਰ ਵਿੱਚ ਆ ਗਿਆ, ਹਉਮੈ ਵਿੱਚ ਆ ਗਿਆ। ਤੇ ਜਦੋਂ ਕਿਸੇ ਨੇ ਦੱਸਿਆ ਕਿ ਤੂੰ ਇਸ ਨਾਭ ਕਮਲ ਤੋਂ ਪੈਦਾ ਹੋਇਆ ਹੈ, ਹਉਮੈ ਵਧੀ ਕਿ ਮੈਂ ਇੰਨਾ ਵੱਡਾ ਮੇਰਾ ਆਕਾਰ, ਇੰਨੀ ਵੱਡੀ ਮੇਰੀ ਸਮਰੱਥਾ, ਇੰਨੀ ਵੱਡੀ ਪਾਇਆਂ ਦਾ ਮੈਂ ਮਾਲਕ, ਮੇਰਾ ਜਨਮ ਇਸ ਨਾਭ ਕਮਲ ਤੋਂ ਕਿਵੇਂ ਹੋ ਗਿਆ ਹੈ। ਜਿਵੇਂ ਅੱਜ ਸਾਡੇ ਸਾਹਮਣੇ ਦੋ ਬੂੰਦਾਂ ਰੱਖ ਦਿੱਤੀਆਂ ਜਾਣ ਲਿਆ ਕੇ, ਮਾਂ ਕੀ ਰਕਤ ਪਿਤਾ ਬਿਨ ਧਾਰਾ, ਦੋ ਬੂੰਦਾਂ ਇੱਥੇ ਰੱਖੀਆਂ ਜਾਣ ਰਕਤ ਤੇ ਬਿੰਦ ਦੀਆਂ, ਤੇ ਕੋਈ ਜਣਾ ਸਾਨੂੰ ਆਖੇ ਤੂੰ ਇਹਦੇ ਤੋਂ ਬਣਿਆ, ਤੇ ਅਸੀਂ ਇੱਕਦਮ ਹੈਰਾਨ ਹੋਵਾਂਗੇ ਜਿਨ੍ਹਾਂ ਨੂੰ ਨਹੀਂ ਪਤਾ, ਲੈ ਇਹਨਾਂ ਦੋ ਬੂੰਦਾਂ ਤੋਂ ਮੈਂ ਕਿਵੇਂ ਬਣ ਗਿਆ ਏਡਾ ਵੱਡਾ, ਦੋ ਬੂੰਦਾਂ ਤੋਂ ਏਡਾ ਵੱਡਾ ਮੇਰਾ ਦਿਮਾਗ, ਮੇਰਾ ਦਿਲ, ਮੇਰਾ ਕਿੰਨਾ ਬੱਲੇ ਬੱਲੇ। ਇਸ ਤਰ੍ਹਾਂ ਉਹਨੂੰ ਵੀ ਹੰਕਾਰ ਹੋ ਗਿਆ ਸੀ ਕਿ ਲੈ ਨਾਭ ਕਮਲ ਚੋਂ ਮੈਂ ਕਿਵੇਂ ਪੈਦਾ ਹੋ ਗਿਆ ਬਈ, ਇਹ ਨਹੀਂ ਹੋ ਸਕਦਾ। ਹੰਕਾਰ ਵਿੱਚ ਆ ਕੇ ਉਸ ਨੂੰ ਉਹਨੇ ਲੱਤ ਮਾਰੀ, ਜਾਂ ਇਸ ਤਰ੍ਹਾਂ ਆਖਦੇ ਨੇ ਕਿ ਉਹ ਭਾਲ ਕਰਨ ਲਈ ਚਲਾ ਗਿਆ, ਹੈ ਨਾ, ਵੀ ਮੈਂ ਇਹਦੇ ਵਿੱਚੋਂ ਕਿਵੇਂ ਪੈਦਾ ਹੋ ਸਕਦਾ। ਤਾਕੋ ਅੰਤ ਨਾ ਜਾਈ ਲਖਣਾ, ਆਵਤ ਜਾਤ ਰਹਿ ਗੁਬਾਰ। ਦੱਸਦੇ ਨੇ ਕਈ ਯੁੱਗ ਉਹਦੇ ਵਿੱਚ ਜਾਂਦਾ ਰਿਹਾ, ਇੰਨਾ ਘੁੱਪ ਹਨੇਰਾ ਉਹਦੇ ਵਿੱਚ ਆਇਆ ਹੋਇਆ, ਉੱਤੇ ਥੱਲੇ ਕਿਸੇ ਪਾਸੇ ਨਾ ਨਿਕਲਣ ਦਾ ਰਾਹ ਲੱਭਦਾ, ਤੇ ਲੰਮਾ ਸਮਾਂ ਦੌੜ ਭੱਜ ਕਰਕੇ ਉਸ ਨਾਭੀ ਵਿੱਚ, ਉਸ ਨਾਲੀ ਵਿੱਚ, ਤੇ ਹੰਕਾਰ ਟੁੱਟ ਗਿਆ, ਹੰਕਾਰ ਖਤਮ ਹੋਇਆ ਕਿ ਜਿਸ ਨਾਲੀ ਦਾ ਮੈਨੂੰ ਅੰਤ ਹੀ ਨਹੀਂ ਲੱਭ ਰਿਹਾ, ਅੱਗਾ ਪਿੱਛਾ ਮੈਂ ਇੰਨਾ ਲੰਮਾ ਸਮਾਂ ਹੋ ਗਿਆ ਮੈਨੂੰ ਭਾਲ ਕਰਦਿਆਂ ਨਹੀਂ ਲੱਭ ਰਿਹਾ, ਤੇ ਹੋ ਸਕਦਾ ਮੈਂ ਇਹਦੇ 'ਚ ਵੀ ਪੈਦਾ ਹੋਇਆ ਹੋਵਾਂ, ਹੈ ਨਾ। ਸੋ ਇਸ ਗੱਲ ਨੂੰ ਪਹਿਲੇ ਪਾਤਸ਼ਾਹ ਨੇ ਬਾਣੀ 'ਚ ਲਿਖਿਆ ਹੋਇਆ। ਉਹ ਆਖਦੇ ਨੇ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਵਿਪਤ ਪੜੀ ਪਛਤਾਨਿਆ। ਇਹ ਕਿਤੇ ਬਾਹਰ ਵੇਦ ਇਹਦੇ ਕੋਲ ਸਨ, ਜੋ ਵੀ ਇਹਦੇ ਧਾਰਮਿਕ ਗ੍ਰੰਥ ਹੋਣਗੇ, ਤੇ ਬੈਠਾ ਬੈਠਾ ਕਿਤੇ ਸੌਂ ਗਿਆ ਤੇ ਵੇਦ ਕਿਸੇ ਨੇ ਚੋਰੀ ਕਰ ਲਿਆ, ਉਹ ਚੁੱਕ ਕੇ ਲੈ ਗਿਆ, ਕੋਈ ਚੁਰਾ ਲਏ ਵੇਦ ਇਹਦੇ। ਅੱਖਾਂ ਖੁੱਲੀਆਂ ਵੇਦ ਨਹੀਂ ਹਨ, ਤੇ ਇਹ ਵੇਦ ਕੀ ਵਿਪਤ ਪੜੀ, ਮਾਨੋ ਵਿਪਤਾ ਵਿੱਚ ਫਸ ਗਿਆ, ਮੁਸ਼ਕਿਲ ਵਿੱਚ ਫਸ ਗਿਆ
कि बेद कोई चुक के लै गया, मेरा तो सारा खजाना ही वो सी। जे मेरा कोई आईफोन ही चुक के लै जाए, मेरा तो खजाना ही ये हुण अज दे समय च ना ये ना रवे। मैनूं तो अपने घर दे नंबर का भी नहीं पता, फोन नंबर साडा घर दा कि मैं किवें कॉल कर सकदा। तो वो भी इस तरह मुश्किल विच फस गया बंदा भी मेरा तो सब कुछ ही गया है ना। ब्रह्म गर्भ किया नहीं जानिया, वेद की विपत पड़ी पछतानिया। फिर पछतावा होया, फिर उसने जह प्रभ सिमरे तही मन मानिया, प्रभु नूं सिमरिया। हे वागुरु, हे परमात्मा। हुण तां ही गुरु जी कह रहे ने ब्रह्मा उत्पत, जितों ब्रह्मा पैदा होया, जिस परमात्मा ने ब्रह्मा की सहायता की, तू उस नूं सिमर है ना। जय प्रभ सिमरे, हे परमात्मा मेरे ते मेहर कर ते मैनू वो वेद मेरे धार्मिक ग्रंथ वापस दवा। रब जी ने कोई रूप धारण किया, लड़ाई झगड़ा करके जां जिवें किवें भी ਉਹਦੇ ग्रंथ वापस करवाए, तही मन मानिया। फिर ਇਹਦਾ मन रब ते मन गया। सो गुरु जी आखदे ने ऐसा गर्भ बुरा संसार है, ਜਿਹੋ ਜਿਹਾ हंकार ब्रह्मा ਨੂੰ ਹੋਇਆ ਸੀ, ਸਾਨੂੰ ਸਭਨਾਂ ਨੂੰ ਉਹੋ ਹੀ हंकार है ना। ਤੇ ਇਹ ਜਿਹੜਾ ਹੰਕਾਰ ਹੈ ਨਾ, ਇਹ ਬੜਾ ਮਾੜਾ ਹੈ। ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ, ਜਿਹਨੂੰ ਗੁਰੂ ਪੂਰਾ ਮਿਲ ਪਵੇ ਉਹਦਾ ਅਹੰਕਾਰ ਗੁਰੂ ਆਪਣੇ ਉਪਦੇਸ਼ ਰਾਹੀਂ ਦੂਰ ਕਰ ਦਿੰਦਾ ਹੈ। ਜਿਵੇਂ ਬ੍ਰਹਮਾ ਦਾ ਅਹੰਕਾਰ ਜਦੋਂ ਦੂਰ ਹੋਇਆ, ਪਰਮਾਤਮਾ ਨੂੰ ਉਹਨੇ ਸਿਮਰਿਆ ਤੇ ਉਹ ਸ਼ਾਂਤ ਹੋਇਆ, ਇਸੇ ਤਰ੍ਹਾਂ ਉਹ ਮਨੁੱਖ ਵੀ ਸ਼ਾਂਤ ਹੋਏਗਾ ਜਿਹੜਾ ਮਨੁੱਖ ਪੂਰੇ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਇਸ 'ਤੇ ਕੰਮ ਕਰੇਗਾ। ਸੋ ਇਹ ਥੋੜ੍ਹਾ ਜਿਹਾ ਬ੍ਰਹਮਾ ਬਾਰੇ। ਔਰ ਇਹਦੇ ਬਾਰੇ ਇੱਕ ਹੋਰ ਵੀ ਬੜੀ ਕਹਾਣੀ ਪ੍ਰਚਲਿਤ ਰਹੀ ਹੈ, ਹੁਣ ਵੀ ਹੈ ਤੇ ਸਾਰਾ ਮਿਥਿਹਾਸ ਹੀ ਹੈ। ਚਲੋ ਆਪਾਂ ਫਿਰ ਵੀ ਗੱਲ ਕਰਦੇ ਹਾਂ ਵੀ ਐਡਾ ਵੱਡਾ ਦੇਵਤਾ ਜਿਹਨੂੰ ਕਹਿ ਰਹੇ ਨੇ ਕਿ ਸ੍ਰਿਸ਼ਟੀ ਦਾ ਕਰਤਾ, ਉਹ ਆਪਣੀ ਧੀ ਉੱਤੇ ਮੈਲੀਆਂ ਅੱਖਾਂ ਕਰ ਬੈਠਾ। ਸ਼ਿਵ ਨੇ ਇਸ ਦੀ ਇਹ ਮਾੜੀ ਹਰਕਤ ਵੇਖ ਕੇ ਇਹਦੇ 5 ਸਿਰਾਂ ਵਿੱਚੋਂ ਇੱਕ ਸਿਰ ਵੱਢ ਦਿੱਤਾ ਹੈ ਨਾ। ਇਹਦੇ 4 ਸਿਰ ਰਹਿ ਗਏ ਬ੍ਰਹਮਾ ਦੇ। ਬ੍ਰਹਮਾ ਦਾ ਸਿਰ ਵੱਢ ਦਿੱਤਾ, ਜਿਹਦੀ ਅੱਖਾਂ ਨਾਲ ਵੇਖ ਰਿਹਾ ਸੀ ਆਪਣੀ ਧੀ ਵੱਲ ਮਾੜੀ ਨਿਗਾਹ ਨਾਲ ਨਾ। ਉਹਦਾ ਸਿਰ ਬ੍ਰਹਮਾ ਦਾ ਸ਼ਿਵ ਦੀ ਤਲੀ ਨਾਲ ਜੁੜ ਗਿਆ। ਜਿਵੇਂ ਵੱਢਿਆ ਉਹ ਵੱਜਾ ਤੇ ਉਹ ਉੱਥੇ ਹੀ ਜੁੜ ਗਿਆ, ਉਹ ਲੱਥੇ ਹੀ ਨਾ। ਫਿਰ ਸ਼ਿਵ ਮੁਸੀਬਤ ਵਿੱਚ ਫਸ ਗਿਆ ਵੀ ਮੈਂ ਹੁਣ ਕੀ ਕਰਾਂ, ਮੈਂ ਤੇ ਰੋਟੀ ਖਾਣ ਤੋਂ ਵੀ ਤੰਗ ਆ, ਉੱਤੇ ਸਿਰ ਜੁੜਿਆ ਇਹਦਾ ਹੈ ਨਾ। ਤੇ ਉਹ ਫਿਰ ਤੀਰਥਾਂ ਤੇ ਇਸ਼ਨਾਨ ਕਰਦਾ ਫਿਰਿਆ। ਇੱਕ ਕਪਾਲ ਮੋਚਨ ਨਾਂ ਦਾ ਤੀਰਥ ਹੈ, ਯਮੁਨਾ ਨਗਰ ਜਗਾਦਰੀ ਦੇ ਬਿਲਕੁਲ ਨਾਲ ਪੈਂਦਾ, ਸਾਡੇ ਹਰਿਆਣੇ 'ਚ। ਮੈਂ ਉੱਥੇ ਗਿਆ ਹੋਇਆ। ਕਪਾਲ ਮੋਚਨ, ਕਪਾਲ ਮੈਨੇ ਸਿਰ, ਮੋਚਨ ਮੈਨੇ ਤੋੜਨਾ, ਦੂਰ ਕਰਨਾ। ਉੱਥੇ ਉਹ ਜਾ ਕੇ ਉਹਨੇ ਇਸ਼ਨਾਨ ਪਾਣੀ ਕੀਤਾ ਜਾਂ ਜੋ ਵੀ ਕੀਤਾ, ਤੇ ਉੱਥੇ ਉਹ ਸਿਰ ਉਹਦੀ ਤਲੀ ਨਾਲੋਂ ਵੱਖਰਾ ਹੋ ਲੱਥ ਗਿਆ। ਇਸ ਲਈ ਉਹਨੂੰ ਕਪਾਲ ਮੋਚਨ ਕਰਕੇ ਉਸ ਮੰਦਰ ਦਾ ਨਾਂ ਹੈ। ਲੋਕ ਬਹੁਤ ਉੱਥੇ ਜਾਂਦੇ ਨੇ, ਬੜੀ ਉੱਥੇ ਮਾਨਤਾ ਹੈ ਜੋ ਵੀ ਹੈ। ਸੋ ਇਹੋ ਜਿਹੀਆਂ ਕਹਾਣੀਆਂ ਇਹਨਾਂ ਦੇਵਤਿਆਂ ਨਾਲ, ਦੇਵੀਆਂ ਨਾਲ ਜੁੜੀਆਂ ਹੋਈਆਂ ਨੇ। ਤੇ ਇਹ ਸਾਰੀ ਗੱਲ ਕਰਨ ਤੋਂ ਮੇਰਾ ਸਿਰਫ ਮਕਸਦ ਇੰਨਾ ਹੀ ਹੈ ਕਿ ਗੁਰੂ ਨਾਨਕ ਦੇਵ ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ, ਤੇ ਉਸ ਪੰਡਿਤ ਨੂੰ ਵੀ, ਓਮਕਾਰੇਸ਼ਵਰ ਵਾਲੇ ਨੂੰ, ਭਈ ਇਹਨਾਂ ਸਾਰਿਆਂ ਵੱਲੋਂ ਧਿਆਨ ਹਟਾ ਕੇ ਉਸ ਪਰਮਾਤਮਾ 'ਤੇ ਧਿਆਨ ਲਿਆਓ ਜਿਹੜਾ ਇਹਨਾਂ ਦੀ ਵੀ ਉਤਪਤੀ ਕਰਨ ਵਾਲਾ ਹੈ। ਓੰਕਾਰ ਬ੍ਰਹਮਾ ਉਤਪਤ। ਤੁਸੀਂ ਜਿਸ ਦੇਵਤੇ ਨੂੰ ਕਹਿੰਦੇ ਹੋ ਕਿ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਏ, ਜਿਸ ਪਰਮਾਤਮਾ ਤੋਂ ਉਸ ਦੇਵਤੇ ਦੀ ਉਤਪਤੀ ਹੋਈ ਹੈ, ਤੁਸੀਂ ਉਸ ਦਾ ਧਿਆਨ ਕਰੋ। ਸੋ ਅਕਾਲ ਪੁਰਖ ਤੋਂ ਬ੍ਰਹਮਾ ਦੀ ਉਤਪਤੀ ਹੋਈ ਤੇ ਉਸ ਦਾ ਤੁਸੀਂ ਧਿਆਨ ਧਰੋ। ਇੱਥੇ ਵੇਖੋ ਹੁਣ ਜਿਹੜਾ ਓੰਕਾਰ ਸ਼ਬਦ ਹੈ ਨਾ, ਇਹਦੇ ਰਾਰੇ ਨੂੰ ਸਿਹਾਰੀ ਪਈ ਹੋਈ ਹੈ। ਇਹਦਾ ਮਤਲਬ ਤੋਂ ਹੁੰਦਾ ਹੈ, ਨੇ ਹੁੰਦਾ ਹੈ, ਓੰਕਾਰ ਤੋਂ, ਯਾਨੀ ਪਰਮਾਤਮਾ ਤੋਂ ਬ੍ਰਹਮਾ ਉਤਪਤ, ਬ੍ਰਹਮਾ ਪੈਦਾ ਹੋਇਆ। ਓੰਕਾਰ ਕੀਆ ਜਿਨ ਚਿੱਤ। ਹੁਣ ਇੱਥੇ ਓੰਕਾਰ ਜਿਹੜਾ ਹੈ ਇਹ ਸਿਹਾਰੀ ਵਾਲਾ ਨਹੀਂ ਹੈ, ਰਾਰੇ ਨੂੰ ਔਂਕੜ ਵਾਲਾ ਹੈ। ਸੋ ਇੱਥੇ ਇਹ ਨਾਉਨ ਹੈ, ਇੱਕ ਵਚਨ
ਪੁਲਿੰਗ ਤੇ ਇਹਦੇ ਅਰਥ ਹੁੰਦੇ ਨੇ ਨੂੰ। ਓੰਕਾਰ ਨੂੰ ਭਾਵ ਪਰਮਾਤਮਾ ਨੂੰ ਕੀਆ ਜਿਨ ਚਿੱਤ, ਜਿਸ ਬ੍ਰਹਮਾ ਨੇ ਆਪਣੇ ਚਿੱਤ ਵਿੱਚ ਯਾਦ ਕੀਤਾ। ਉਸ ਪਰਮਾਤਮਾ ਨੂੰ ਤੁਸੀਂ ਯਾਦ ਕਰੋ ਜਿਸ ਪਰਮਾਤਮਾ ਤੋਂ ਬ੍ਰਹਮਾ ਪੈਦਾ ਹੋਇਆ ਤੇ ਜਿਸ ਪਰਮਾਤਮਾ ਨੂੰ ਬ੍ਰਹਮਾ ਨੇ ਆਪਣੇ ਚਿੱਤ ਵਿੱਚ ਯਾਦ ਕੀਤਾ, ਆਪਣੇ ਚਿੱਤ ਵਿੱਚ ਸਿਮਰਿਆ। ਅਸੀਂ ਉੱਤੇ ਪੜ੍ਹਿਆ ਨਾ ਕਿ ਜੈ ਪ੍ਰਭ ਸਿਮਰੇ ਤਹੀ ਮਨ ਮਾਨਿਆ। ਉਹਨੇ ਵੀ ਪਰਮਾਤਮਾ ਦਾ ਸਿਮਰਨ ਕੀਤਾ। ਹੁਣ ਦੱਸਦੇ ਨੇ ਓੰਕਾਰ ਸੈਲ ਜੁਗ ਭਏ। ਸੈਲ ਬੈਨੇ ਹੁੰਦਾ ਪਰਬਤ, ਪਹਾੜ, ਪੱਥਰ, ਤੇ ਜਦੋਂ ਇਹਦੇ ਨਾਲ ਸ਼ਬਦ ਜੁਗ ਜੁੜ ਜਾਏ ਤੇ ਇਹ ਸਮੇਂ ਦੇ ਨਾਲ ਇਹਦੇ ਅਰਥ ਨਿਕਲਦੇ ਨੇ ਕਿ ਉਸ ਓੰਕਾਰ ਤੋਂ ਹੀ, ਉਸ ਪਰਮਾਤਮਾ ਤੋਂ ਹੀ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ ਤੇ ਯੁੱਗਾਂ ਦੀ ਵੰਡ ਬਣੀ। ਭਾਵ ਇਹ ਲੰਮਾ ਸਮਾਂ ਤੇ ਇਸ ਸਮੇਂ ਦੇ ਅੰਦਰ ਇਸ ਬ੍ਰਹਿਮੰਡੀ ਰਚਨਾ ਦਾ ਹੋਣਾ, ਜਿਸ ਵਿੱਚ ਵੱਡੇ ਵੱਡੇ ਪਹਾੜਾਂ ਦਾ ਬਣਨਾ, ਧਰਤੀਆਂ ਦਾ ਬਣਨਾ, ਚੰਦ ਸਿਤਾਰਿਆਂ ਦਾ ਬਣਨਾ, ਇਹ ਸਭ ਕੁਛ ਉਸ ਪਰਮਾਤਮਾ ਤੋਂ ਹੀ ਪੈਦਾ ਹੋਇਆ। ਓੰਕਾਰ ਵੇਦ ਨਿਰਮਏ। ਨਿਰਮਏ ਤੋਂ ਮਤਲਬ ਇਹ ਪੈਦਾ ਹੋਣਾ, ਯਾਨੀ ਨਿਰਮਾਣ ਤੋਂ ਸ਼ਬਦ ਇਹ ਨਿਰਮਏ ਬਣਿਆ ਹੋਇਆ ਹੈ। ਨਿਰਮਾਣ ਕਰਨਾ, ਕਿਸੇ ਚੀਜ਼ ਨੂੰ ਬਣਾਉਣਾ। ਨਿਰਮਏ ਬਣ ਗਏ, ਪੈਦਾ ਹੋਏ। ਓੰਕਾਰ ਤੋਂ ਹੀ ਵੇਦ ਪੈਦਾ ਹੋਏ। ਇਹਦਾ ਮਤਲਬ ਇਹ ਹੈ ਕਿ ਵੇਦਾਂ ਨੂੰ ਲਿਖਣ ਵਾਲੇ ਵੀ ਪਰਮਾਤਮਾ ਤੋਂ ਹੀ ਪੈਦਾ ਹੋਏ ਨਾ। ਸਿੱਧੇ ਵੇਦ ਨਹੀਂ ਉੱਤੋਂ ਉਤਰੇ ਕਿਤੋਂ, ਭਾਵੇਂ ਉਹ ਮੰਨ ਰਹੇ ਨੇ ਕਿ ਆਏ ਨੇ ਇਸ ਤਰ੍ਹਾਂ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਜਦੋਂ ਵੀ ਕੋਈ ਚੀਜ਼ ਆਉਂਦੀ ਏ ਉਹ ਕਿਸੇ ਦੀ ਸੁਰਤ ਵਿੱਚ ਆਉਂਦੀ ਏ ਤੇ ਅੱਗੇ ਫਿਰ ਉਹ ਆਪਣੇ ਵਿਚਾਰ ਨੂੰ, ਆਪਣੇ ਆਈਡੀਆਜ਼ ਨੂੰ ਅੱਗੇ ਲੋਕੀ ਲਿਖ ਦਿੰਦੇ ਨੇ। ਸੋ ਇਸ ਤਰ੍ਹਾਂ ਹੀ ਇਹ ਬਾਣੀ ਰੱਬ ਜੀ ਤੋਂ ਆਉਂਦੀ ਏ। ਸੋ ਵੇਦ ਵੀ ਜੇ ਆਏ ਨੇ ਤੇ ਇਸੇ ਢੰਗ ਨਾਲ ਹੀ ਸੰਸਾਰ ਵਿੱਚ ਆਏ ਨੇ, ਤੇ ਉਹ ਆਏ ਨੇ ਪਰਮਾਤਮਾ ਤੋਂ ਹੀ, ਕਿਸੇ ਬੰਦੇ ਦੇ ਪੈਦਾ ਕੀਤੇ ਹੋਏ ਨਹੀਂ ਹਨ। ਯਾਨੀ ਇਹਦਾ ਮਤਲਬ ਬੜਾ ਸਪਸ਼ਟ ਜਿਹਾ ਹੈ ਕਿ ਜੇ ਅਸੀਂ ਵੀ ਕੋਈ ਚੀਜ਼ ਇੱਥੇ ਲਿਖ ਦਈਏ, ਅੱਜ ਕੋਈ ਆਰਟੀਕਲ ਲਿਖ ਦਈਏ, ਕੋਈ ਕਿਤਾਬ ਲਿਖ ਦਈਏ, ਕੋਈ ਵੱਡਾ ਗ੍ਰੰਥ ਲਿਖ ਦਈਏ, ਤੇ ਉਹ ਭਾਵੇਂ ਲਿਖਿਆ ਕਿਸੇ ਬੰਦੇ ਦੁਆਰਾ ਜਾਏਗਾ, ਪਰ ਉਹਦੇ ਵਿੱਚ ਜਿਹੜੀ ਸੱਤਾ ਹੈ ਉਹ ਪਰਮਾਤਮਾ ਦੇ ਹੀ ਕੰਮ ਕਰ ਰਹੀ ਹੋਵੇਗੀ। ਸੋ ਇਸ ਤਰ੍ਹਾਂ ਇਸ ਢੰਗ ਨਾਲ ਆਖਿਆ ਜਾਂਦਾ ਹੈ ਕਿ ਸਭ ਕੁਝ ਪਰਮਾਤਮਾ ਤੋਂ ਹੀ ਪੈਦਾ ਹੁੰਦਾ ਹੈ। ਓੰਕਾਰ ਸ਼ਬਦ ਉਧਰੇ। ਉਧਰੇ ਦਾ ਮਤਲਬ ਹੈ ਤਰ ਜਾਣਾ, ਸੰਸਾਰ ਸਾਗਰ ਤੋਂ ਪਾਰ ਲੰਘ ਜਾਣਾ। ਪਰਮਾਤਮਾ ਤੋਂ ਹੀ ਸ਼ਬਦ ਦੁਆਰਾ ਜੀਵਾਂ ਦਾ ਪਾਰ ਉਤਾਰਾ ਹੁੰਦਾ ਹੈ, ਹੋਇਆ। ਇਸ ਤਰ੍ਹਾਂ ਆਖ ਲਓ, ਉਧਰੇ, ਉਧਰ ਗਏ, ਪਾਰ ਉਤਾਰਾ ਹੋ ਗਿਆ। ਯਾਨੀ ਉਹ ਪਾਰ ਉਤਾਰਾ ਵੀ ਪਰਮਾਤਮਾ ਤੋਂ ਹੀ ਹੁੰਦਾ ਹੈ। ਕਿਸੇ ਬੰਦਾ, ਕੋਈ ਬੰਦਾ ਨਹੀਂ ਕਰਦਾ, ਪਰ ਪਰਮਾਤਮਾ ਜੋ ਵੀ ਸੰਸਾਰ ਵਿੱਚ ਕਰਦਾ ਹੈ ਉਹ ਕਿਸੇ ਬੰਦੇ ਦੇ ਰਾਹੀਂ ਕਰਦਾ ਹੈ। ਸੋ ਇਹ ਇੱਕ ਜ਼ਰੀਆ ਹੈ, ਇੱਕ ਸੋਰਸ ਹੈ। ਪਰਮਾਤਮਾ ਇਸ ਨੂੰ ਵਰਤਦਾ ਹੈ ਤੇ ਇਹਦੇ ਰਾਹੀਂ ਸੰਸਾਰ ਵਿੱਚ ਜੋ ਕੁਝ ਕਰਨਾ ਹੈ ਉਸ ਮਾਲਕ ਨੇ ਕਰਨਾ ਹੈ। ਭਾਵੇਂ ਜਦੋਂ ਮਾਲਕ ਨੇ ਸ੍ਰਿਸ਼ਟੀ ਪੈਦਾ ਕੀਤੀ ਉਦੋਂ ਬੰਦਾ ਹੈ ਹੀ ਨਹੀਂ ਸੀ, ਤੇ ਮਾਲਕ ਸ੍ਰਿਸ਼ਟੀ ਪੈਦਾ ਕਰ ਪਾਇਆ, ਪਰ ਹੁਣ ਚੱਲ ਰਹੇ ਸਮੇਂ ਵਿੱਚ ਉਸਨੇ ਬੰਦਾ ਇੱਕ ਅਜਿਹੀ ਆਪਣੀ ਸ੍ਰਿਸ਼ਟੀ ਵਿੱਚ ਚੀਜ਼ ਪੈਦਾ ਕੀਤੀ ਜਿਸ ਤੋਂ ਅੱਗੇ ਉਹ ਬਹੁਤ ਕੰਮ ਕਰਦਾ ਹੈ। ਪਰਮਾਤਮਾ ਆਪ ਹੀ ਕਰਦਾ ਹੈ। ਸੋ ਸ਼ਬਦ ਦੀ ਰਾਹੀਂ, ਗਿਆਨ ਦੀ ਰਾਹੀਂ, ਵਿਚਾਰ ਦੀ ਰਾਹੀਂ ਬਹੁਤ ਸਾਰੇ ਲੋਕ ਤਰ ਗਏ ਨੇ। ਓੰਕਾਰ ਗੁਰਮੁਖ ਤਰੇ। ਗੁਰੂ ਦੀ ਰਾਹੀਂ, ਓੰਕਾਰ ਤੋਂ ਹੀ ਭਾਵ ਪਰਮਾਤਮਾ ਤੋਂ ਹੀ ਬਹੁਤ ਸਾਰੇ ਗੁਰਮੁਖ ਜਨਾਂ ਦਾ ਪਾਰ ਉਤਾਰਾ ਹੋਇਆ। ਓਨਮ ਅੱਖਰ ਸੁਣੋ ਵਿਚਾਰ। ਹੁਣ ਉਸ ਗੱਲ ਤੇ ਆਏ ਨੇ ਗੁਰੂ ਨਾਨਕ ਸਾਹਿਬ, ਜਿਹੜੀ ਉਹਨੂੰ ਕਹਿ ਰਹੇ ਸੀ ਕਿ ਲਿਖ ਰਾਮ ਨਾਮ ਗੁਰਮੁਖ ਗੋਪਾਲਾ, ਹੈ ਨਾ, ਵੀ ਤੂੰ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਲਿਖ ਤੇ ਆਪਣੇ ਵਿਦਿਆਰਥੀਆਂ ਦੀ ਪੱਟੀ ਤੇ ਲਿਖ ਤੇ ਉਹਨਾਂ ਤੋਂ ਲਿਖਵਾ, ਤੇ ਉਸ ਅੱਖਰ ਨੂੰ ਨਮਸਕਾਰ ਨਹੀਂ ਕਰਨੀ। ਅਸਲ 'ਚ ਗੱਲ ਇਹ ਆ ਵੀ ਓਮ ਨਮః ਆਪਣੇ ਆਪ ਵਿੱਚ ਲਿਖੇ ਹੋਏ ਅੱਖਰ ਸਾਡੇ ਸਾਹਮਣੇ ਜ਼ਰੂਰ ਨੇ, ਪਰ ਨਮਸਕਾਰ ਉਸ ਨੂੰ ਹੈ।
ਨਮਸਕਾਰ ਇਸ ਨੂੰ ਨਹੀਂ ਹੈ। ਸੋ ਇਹੋ ਜਿਹੀਆਂ ਚੀਜ਼ਾਂ ਸਾਨੂੰ ਵੀ ਧਿਆਨ 'ਚ ਰੱਖਣੀਆਂ ਚਾਹੀਦੀਆਂ। ਅਸੀਂ ਜਦੋਂ ਮੱਥਾ ਟੇਕਦੇ ਹਾਂ ਕਿਹਨੂੰ ਟੇਕ ਰਹੇ ਹਾਂ, ਇਹ ਗੱਲ ਧਿਆਨ 'ਚ ਰੱਖਣ ਵਾਲੀ ਬਣਦੀ ਹੈ। ਭਾਵੇਂ ਗੁਰੂ ਗ੍ਰੰਥ ਸਾਹਿਬ ਨੇ ਸਾਡੇ ਸ਼ਬਦ ਦੇ, ਪਰ ਕਦੀ ਗੁਰੂ ਗ੍ਰੰਥ ਸਾਹਿਬ ਨਹੀਂ ਸਨ ਇਸ ਸੰਸਾਰ ਵਿੱਚ, ਉਹ ਤੇ ਉਦੋਂ ਵੀ ਸੀ, ਹੈ ਨਾ। ਸੋ ਇਹੋ ਜਿਹੀਆਂ ਚੀਜ਼ਾਂ ਸਾਨੂੰ ਥੋੜ੍ਹਾ ਠਰਮੇ ਨਾਲ ਸੋਚਣੀਆਂ ਚਾਹੀਦੀਆਂ। ਅਸੀਂ ਇੱਕਦਮ ਨਾ ਭਾਵੁਕ ਹੋ ਜਾਂਦੇ ਹਾਂ ਜੇ ਕੋਈ ਇਸ ਤਰ੍ਹਾਂ ਦੀ ਗੱਲ ਕਰ ਦੇਵੇ। ਸੋ ਸਾਨੂੰ ਬੜੇ ਹੌਸਲੇ ਨਾਲ ਸੋਚਣਾ ਹੋਏਗਾ ਕਿ ਗੁਰੂ ਸਾਹਿਬ ਸਾਨੂੰ ਕਿਹਦੇ ਨਾਲ ਜੋੜ ਰਹੇ ਨੇ। ਇਹ ਇਕੱਲਾ ਪੰਡਤ ਨੂੰ ਥੋੜ੍ਹਾ ਕਹਿ ਰਹੇ ਨੇ ਵੀ ਜਿਹਦੇ ਤੋਂ 3 ਦੇਵਤੇ ਪੈਦਾ ਹੋਏ ਨੇ ਤੂੰ ਉਹਨੂੰ ਯਾਦ ਕਰ। ਉਹ ਸਾਨੂੰ ਵੀ ਕਹਿ ਰਹੇ ਨੇ ਕਿ ਜਿਹਦੇ ਤੋਂ ਗੁਰੂ ਗ੍ਰੰਥ ਸਾਹਿਬ ਪੈਦਾ ਹੋਇਆ ਉਸ ਨੂੰ ਯਾਦ ਕਰੋ, ਹੈ ਨਾ। ਜਿਵੇਂ ਓਂਕਾਰ ਵੇਦ ਨਿਰਮਯ, ਵੇਦ ਕੀ ਨੇ? ਧਰਮ ਗ੍ਰੰਥ। ਗੁਰੂ ਗ੍ਰੰਥ ਸਾਹਿਬ ਕੀ ਹੈ? ਧਰਮ ਗੁਰੂ ਗ੍ਰੰਥ। ਜਿਸ ਤੋਂ ਇਹ ਪੈਦਾ ਹੋਇਆ ਉਸ ਨੂੰ ਯਾਦ ਕਰੋ ਨਾ। ਸੋ ਇਹ ਗੱਲ ਸਾਡੇ ਲਈ ਵੀ ਓਨੀ ਹੀ ਜ਼ਰੂਰੀ ਹੈ ਸਮਝਣੀ ਜਿੰਨੀ ਉਸ ਪੰਡਤ ਲਈ ਸੀ। ਸੋ ਸਾਨੂੰ ਵੀ ਜਦੋਂ ਅਸੀਂ ਮੱਥਾ ਟੇਕੀਏ ਤੇ ਗੁਰੂ ਦੇ ਸਨਮੁਖ ਹੋ ਕੇ ਸਾਡੇ ਮਨ ਵਿੱਚ ਇਹ ਵਿਚਾਰ ਪੈਦਾ ਹੋਵੇ ਕਿ ਅਸੀਂ ਉਸ ਮਾਲਕ ਨੂੰ ਨਮਸਕਾਰ ਕਰ ਰਹੇ ਹਾਂ ਜਿਸ ਵੱਲ ਗੁਰੂ ਨਾਨਕ ਦੇਵ ਜੀ ਦਾ ਇਸ਼ਾਰਾ ਹੈ। ਉਹਨੂੰ ਅਸੀਂ ਨਮਸਕਾਰ ਕਰਦੇ ਹਾਂ, ਉਹਨੂੰ ਅਸੀਂ ਮੱਥਾ ਟੇਕਦੇ ਹਾਂ, ਉਸ ਨੂੰ ਹੀ ਸਾਡੀ ਪ੍ਰਣਾਮ ਹੈ। ਸੁਖਮਨੀ ਸਾਹਿਬ ਵਿੱਚ ਤੇ ਲਿਖਿਆ ਹੀ ਹੋਇਆ ਆਦਿ ਗੁਰੇ ਨਮః। ਇਹਨੂੰ ਵੈਸੇ ਅਸੀਂ ਨਮః ਪੜ੍ਹਦੇ ਹਾਂ, ਹਿੰਦੀ ਵਿੱਚ ਨਮః ਪੜ੍ਹਿਆ ਜਾਂਦਾ ਹੈ। ਇਹਦੇ ਦੋਵੇਂ ਉਚਾਰਨ ਠੀਕ ਨੇ। ਕਈ ਵਾਰੀ ਹੁੰਦਾ ਹੈ ਕਿ ਕਿਸੇ ਦੂਜੀ ਭਾਸ਼ਾ ਵਿੱਚ ਉਸੇ ਹੀ ਸ਼ਬਦ ਨੂੰ ਹੋਰ ਤਰ੍ਹਾਂ ਉਚਾਰਿਆ ਜਾਂਦਾ ਹੈ, ਉਹੋ ਹੀ ਸ਼ਬਦ ਕਿਸੇ ਦੂਜੀ ਭਾਸ਼ਾ ਵਿੱਚ ਚਲਾ ਜਾਏ ਤੇ ਉਹਦਾ ਉਚਾਰਨ ਬਦਲ ਜਾਂਦਾ ਹੈ। ਸੋ ਜੇ ਨਮః ਪੜ੍ਹੋਗੇ ਤਾਂ ਵੀ ਠੀਕ ਹੈ, ਨਮః ਪੜ੍ਹੋਗੇ ਤਾਂ ਵੀ ਠੀਕ ਹੈ, ਉਹਦੇ ਨਾਲ ਫਰਕ ਨਹੀਂ ਪੈਂਦਾ। ਸੋ ਇੱਕ ਗੱਲ ਹੋਰ ਯਾਦ ਰੱਖਣੀ ਹੁੰਦੀ ਹੈ ਕਿ ਜੇ ਕਿਤੇ ਉਚਾਰਨ ਨਾਲ ਫਰਕ ਪੈਂਦਾ ਹੋਵੇ ਅਰਥਾਂ ਵਿੱਚ, ਫਿਰ ਉਹਦੇ 'ਤੇ ਕਾਫੀ ਧਿਆਨ ਦੇਣਾ ਚਾਹੀਦਾ ਹੈ। ਜੇ ਅਰਥਾਂ ਵਿੱਚ ਉਚਾਰਨ ਨਾਲ ਫਰਕ ਨਹੀਂ ਪੈ ਰਿਹਾ, ਫਿਰ ਜਿਵੇਂ ਉਚਾਰਨ ਤੁਸੀਂ ਕਰਦੇ ਹੋ ਜਾਂ ਜਿਵੇਂ ਪਰੰਪਰਾ ਹੈ ਜਾਂ ਜਿਵੇਂ ਜਿਸ ਇਲਾਕੇ ਦੇ ਅਸੀਂ ਲੋਕ ਹਾਂ ਉੱਥੇ ਜਿਵੇਂ ਕੀਤਾ ਜਾਂਦਾ ਉਹ ਠੀਕ ਹੁੰਦਾ ਹੈ। ਸੋ ਆਦਿ ਗੁਰੇ ਨਮః, ਗੁਰੂ ਸਾਹਿਬ ਤੇ ਆਪ ਹੀ ਕਹਿ ਰਹੇ ਨੇ ਕਿ ਮੇਰੀ ਉਸ ਨੂੰ ਨਮਸਕਾਰ ਹੈ ਜਿਹੜਾ ਆਦਿ ਕਾਲ ਤੋਂ ਹੈ, ਹੈ ਨਾ। ਸੋ ਜਦੋਂ ਅਸੀਂ ਨਮਸਕਾਰ ਕਰੀਏ, ਮੱਥਾ ਟੇਕੀਏ, ਸਾਡੇ ਧਿਆਨ 'ਚ ਵੀ ਇਹੋ ਹੀ ਗੱਲ ਹੋਵੇ ਕਿ ਸਾਡੀ ਨਮਸਕਾਰ ਉਸ ਪਰਮਾਤਮਾ ਨੂੰ ਹੈ ਜਿਸ ਤੋਂ ਸਾਰੇ ਧਰਮ ਗ੍ਰੰਥ ਪੈਦਾ ਹੋਏ ਨੇ। ਓਨਮ ਅੱਖਰ ਸੁਨਹੁ ਵਿਚਾਰ, ਉਸ ਓਮ ਨਮః। ਹੁਣ ਉਹ ਜਿਹੜਾ ਸ਼ਬਦ ਹੈ ਹਿੰਦੀ ਵਿੱਚ ਹੈ, ਪਰ ਗੁਰੂ ਨਾਨਕ ਜਦੋਂ ਉਸ ਨੂੰ ਗੁਰਮੁਖੀ ਭਾਸ਼ਾ ਵਿੱਚ ਆਪਣੇ ਇਲਾਕੇ ਦੀ ਬੋਲੀ ਵਿੱਚ ਲਿਆਉਂਦੇ ਨੇ ਤੇ ਉਸ ਨੂੰ ਓਨਮ ਲਿਖਦੇ ਨੇ। ਹੁਣ ਕਈ ਲੋਕ ਆਖਣਗੇ ਕਿ ਇਹ ਓਮ ਤੋਂ ਹੀ ਬਣਿਆ ਹੋਇਆ, ਭਾਵੇਂ ਬਣਿਆ ਹੋਇਆ, ਪਰ ਇਸ ਦਾ ਜਿਹੜਾ ਰੂਪ ਹੈ, ਅਸੀਂ ਪਿੱਛੇ ਸਮਝਿਆ ਸੀ ਕਿ ਕਈ ਅੱਖਰ ਨੇ, ਕਈ ਸ਼ਬਦ ਨੇ ਜਿਹੜੇ ਦੂਜੀਆਂ ਬੋਲੀਆਂ ਵਿੱਚੋਂ ਆਉਂਦੇ ਨੇ ਤੇ ਗੁਰੂ ਨਾਨਕ ਸਾਹਿਬ ਉਸ ਦਾ ਕਦੀ ਰੂਪ ਨਹੀਂ ਬਦਲਦੇ, ਉਹਨੂੰ ਉਸੇ ਤਰ੍ਹਾਂ ਰੱਖਦੇ ਨੇ ਜਿਹੜਾ ਉਹਦਾ ਉਸ ਬੋਲੀ ਵਿੱਚ ਤੇ ਉਸ ਭਾਸ਼ਾ ਵਿੱਚ ਜੋ ਲਿਖਤੀ ਰੂਪ ਹੁੰਦਾ ਹੈ ਉਸ ਨੂੰ ਚੁੱਕ ਕੇ ਇੱਥੇ ਉਸੇ ਹੀ ਰੂਪ ਵਿੱਚ ਰੱਖਦੇ ਨੇ। ਪਰ ਕੁਝ ਸ਼ਬਦ ਨੇ ਜਿਨ੍ਹਾਂ ਦਾ ਨਿਰਮਾਣ ਉਹ ਖੁਦ ਕਰਦੇ ਨੇ। ਸੋ ਇੱਥੇ ਓਨਮ ਅੱਖਰ ਦਾ ਨਿਰਮਾਤਾ ਗੁਰੂ ਨਾਨਕ ਦੇਵ ਜੀ ਆਪ ਹਨ। ਸੋ ਇਹਨੂੰ ਓਨਮ ਅੱਖਰ ਸੁਨੋ ਵਿਚਾਰ, ਉਸ ਓਮ ਨਮః ਯਾਨੀ ਓਨਮ ਅੱਖਰ ਦੀ ਵਿਚਾਰ ਪੰਡਤ ਜੀ ਸੁਣੋ। ਉਹਦੀ ਵਿਚਾਰ ਕੀ ਹੈ? ਓਨਮ ਅੱਖਰ ਤ੍ਰਿਭਵਨ ਸਾਰ। ਉਹ ਜਿਹੜਾ ਅੱਖਰ ਹੈ ਨਾ, ਜਿਸ ਨੂੰ ਅਸੀਂ ਓਮ ਆਖ ਰਹੇ ਹਾਂ ਜਾਂ ਓਮ ਨਮః ਆਖ ਰਹੇ ਹਾਂ, ਇਹ ਅੱਖਰ ਤ੍ਰਿਭਵਨ ਸਾਰ ਨਹੀਂ ਹੈ, ਪਰ ਇਸ ਅੱਖਰ ਰਾਹੀਂ ਜਿਸ ਸੱਤਾ ਨੂੰ ਪ੍ਰਗਟ ਕੀਤਾ ਜਾ ਰਿਹਾ ਹੈ ਉਹ ਸੱਤਾ ਤਿੰਨਾਂ ਹੀ ਭਵਨਾਂ ਦਾ ਨਿਰਮਾਣ ਕਰਤਾ ਹੈ। ਤਤ ਹੈ, ਸਾਰ ਮੈਨੇ ਤਤ, ਤਿੰਨਾਂ ਭਵਨਾਂ ਦਾ, ਯਾਨੀ ਆਕਾਸ਼ ਲੋਕ, ਪਾਤਾਲ ਲੋਕ ਤੇ ਮਾਤ ਲੋਕ, ਇਹ 3 ਲੋਕ ਮੰਨੇ ਜਾਂਦੇ ਨੇ। ਇਹਨੂੰ ਤ੍ਰਿਭਵਨ ਵੀ ਆਖਿਆ ਜਾਂਦਾ ਹੈ। ਇਹਨਾਂ ਤਿੰਨਾਂ ਭਵਨਾਂ ਦਾ ਜੋ ਤਤ ਹੈ, ਜੋ ਮੂਲ ਹੈ, ਜੋ ਸਾਰ ਹੈ, ਉਹ ਹਸਤੀ ਹੈ ਜਿਸ ਨੂੰ ਅਸੀਂ ਓਮ ਨਮః ਆਖ ਰਹੇ ਹਾਂ, ਜਿਸ ਨੂੰ ਅਸੀਂ ਨਮਸਕਾਰ ਕਰ ਰਹੇ ਹਾਂ। ਸੋ ਇਹ ਵਿਚਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ
ਓਮਕਾਰੇਸ਼ਵਰ ਮੰਦਿਰ ਦੇ ਵਿੱਚ ਉੱਥੋਂ ਦੇ ਪੁਜਾਰੀ ਦੇ ਨਾਲ, ਪੰਡਿਤ ਦੇ ਨਾਲ ਕੀਤੀ। ਤੇ ਇਹ ਵਿਚਾਰ ਕਰਨ ਤੋਂ ਬਾਅਦ ਉਹਨਾਂ ਨੇ ਇਹ ਗੱਲ ਆਖੀ ਕਿ ਜੇ ਤੁਸੀਂ ਕੇਵਲ ਇਹਨਾਂ ਦੇਵੀ ਦੇਵਤਿਆਂ ਦੀ ਉਪਾਸਨਾ 'ਚ ਲੱਗੇ ਰਹੋ, ਜਿਵੇਂ ਤੁਸੀਂ ਮਿੱਥ ਰਹੇ ਹੋ ਕਿ ਓਮਕਾਰ ਇਹ ਸ਼ਿਵਲਿੰਗ ਹੈ ਜੋ ਇਸ ਮੰਦਿਰ ਵਿੱਚ ਸਥਾਪਿਤ ਹੈ, ਤਾਂ ਤੁਸੀਂ ਕਿਸੇ ਗਲਤੀ ਤੇ ਹੋ। ਇਸ ਤੋਂ ਉੱਚਾ ਉੱਠ ਕੇ ਜਿਹੜਾ ਇਹਨਾਂ ਸਭਨਾਂ ਨੂੰ ਪੈਦਾ ਕਰਨ ਵਾਲਾ ਏ, ਉਸ ਮਾਲਕ ਨਾਲ ਜੁੜੋ। ਜੇ ਤੁਸੀਂ ਇਹਨਾਂ ਦੇਵੀ ਦੇਵਤਿਆਂ ਨਾਲ ਤੇ ਜਿਹੜੀ ਵਿਚਾਰਧਾਰਾ ਤੁਸੀਂ ਪੜ੍ਹ ਤੇ ਪੜ੍ਹਾ ਰਹੇ ਹੋ, ਜੇ ਤੁਸੀਂ ਇਸ ਨੂੰ ਹੀ ਕਰਦੇ ਰਹੋਗੇ ਤੇ ਇਹ ਇੱਕ ਜੰਜਾਲ ਤੋਂ ਵੱਧ ਕੁਛ ਨਹੀਂ ਹੈ। ਇਹ ਸਿਰਫ ਜੰਜਾਲ ਹੀ ਹੈ। ਤੇ ਇਸ ਮੋਹ ਮਮਤਾ ਦੇ ਜੰਜਾਲ ਤੋਂ ਉੱਚੇ ਉਠੋ। ਕੀ ਲਿਖੀਏ? ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਮਨ ਵਿੱਚ ਆਪਣੀ ਕਲਮ ਦਵਾਤ ਨਾਲ ਪੱਟੀ ਦੇ ਉੱਤੇ ਲਿਖੋ। ਇਸ ਨੂੰ ਪੜ੍ਹੋ, ਇਸ ਨੂੰ ਸਮਝੋ ਤੇ ਇਸ ਨੂੰ ਸਮਝ ਕੇ ਇਸ ਨਾਲ ਜੁੜੋ। ਫਿਰ ਤੁਹਾਡਾ ਲਿਖਿਆ, ਪੜ੍ਹਿਆ, ਸਮਝਿਆ, ਸਮਝਾਇਆ ਸਭ ਕੁਝ ਸਕਾਰਥਾ ਹੋਏਗਾ। ਸੋ ਅੱਜ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ। 52 ਮਿੰਟ ਹੋ ਗਏ ਨੇ ਤੇ ਇਸ ਤੋਂ ਅੱਗੇ ਫਿਰ ਆਪਾਂ ਪੌੜੀ ਨੰਬਰ 2 ਤੋਂ ਅਗਲੀ ਕਲਾਸ ਵਿੱਚ ਸ਼ੁਰੂ ਕਰਾਂਗੇ। ਸੋ ਤੁਸੀਂ ਘਰ ਜਾਓਗੇ, ਪਹਿਲੀ ਪੌੜੀ ਤੇ ਰਹਾਉ ਵਾਲੀਆਂ ਪੰਕਤੀਆਂ ਨੂੰ ਫਿਰ ਪੜ੍ਹਨਾ। ਇਹਦੇ ਉੱਤੇ ਕੋਈ ਸਵਾਲ ਬਣੇ, ਸਵਾਲ ਲੈ ਕੇ ਆਉਣਾ। ਤੇ ਜੇ ਕੋਈ ਇਹ ਵੀ ਸਮਝੋ ਕਿ ਤੁਹਾਡੇ ਮਨ ਵਿੱਚ ਹੋਰ ਗਹਿਰੀ ਵਿਚਾਰ ਪੈਦਾ ਹੋਈਏ ਤੇ ਉਹ ਵੀ ਸੰਗਤ ਨਾਲ ਸਾਂਝੀ ਕਰਨਾ, ਤਾਂ ਕਿ ਅਸੀਂ ਇਸ ਬਾਣੀ ਨੂੰ ਹੋਰ ਪਿਆਰ ਨਾਲ, ਗਹਿਰਾਈ ਨਾਲ ਸਮਝ ਪਾਈਏ। ਇਹ ਜ਼ਰੂਰੀ ਨਹੀਂ ਕਿ ਜੋ ਮੈਂ ਇੱਥੇ ਬੋਲ ਦਿੱਤਾ ਹੈ ਉਹ ਬਹੁਤ ਕੁਛ ਹੈ, ਇਹ ਜ਼ਰੂਰੀ ਨਹੀਂ। ਤੁਹਾਡੀ ਵਿਚਾਰ ਇਸ ਤੋਂ ਵੀ ਡੂੰਘੀ ਜਾ ਸਕਦੀ ਹੋਵੇ ਤੇ ਜ਼ਰੂਰ ਲਿਜਾਣ ਦੀ ਕੋਸ਼ਿਸ਼ ਕਰਨਾ, ਤਾਂ ਕਿ ਅਸੀਂ ਸਾਰੇ ਇਸ ਬਾਣੀ ਨੂੰ ਮਿਲ ਕੇ ਸਮਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।